एक ओंकार सतनाम करता पुरख निरभव निर्वैर अकाल मूरत अजूनी सैभं गुर प्रसाद। वाहिगुरु जी। धन धन गुरु ग्रंथ साहब जी महाराज, धन गुरु गोबिंद सिंह साहिब सच्चे पातशाह नदर करना महाराज। वाहिगुरु जी का खालसा, वाहिगुरु जी की फतेह। ਅੱਜ ਅਸੀਂ 38ਵੀਂ ਪੌੜੀ ਦੀ ਵਿਚਾਰ ਕਰਨੀ ਹੈ ਜੀ। ਪਹਿਲੇ ਪੌੜੀ ਪੜ੍ਹ ਲਈਏ, ਫਿਰ ਮਹਾਰਾਜ ਜੀ ਅਸੀਸ ਨਾਲ ਇਹਦੀ ਵਿਚਾਰ ਸ਼ੁਰੂ ਕਰਦੇ ਹਾਂ। ਜਤ ਪਹਾਰਾ ਧੀਰਜ ਸੁਨਿਆਰ, ਐਰਨ ਮਤ ਵੇਦ ਹਥਿਆਰ, ਪਉ ਖਲਾ ਅਗਨ ਤਪਤਾਓ, ਪਾਂਡਾ ਪਾਓ ਅੰਮ੍ਰਿਤ ਤਿਤ ਢਾਲ, ਕੜੀਐ ਸਬਦ ਸਚੀ ਟਕਸਾਲ, ਜਿਨ ਕੋ ਨਦਰ ਕਰਮ ਤਿਨ ਕਾਰ, ਨਾਨਕ ਨਦਰੀ ਨਦਰ ਨਿਹਾਲ, ਜਿਨ ਕੋ ਨਦਰ ਕਰਮ ਤਿਨ ਕਾਰ, ਨਾਨਕ ਨਦਰੀ ਨਦਰ ਨਿਹਾਲ। ਵਾਹਿਗੁਰੂ ਜੀ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ। ਜੀਵਨ ਚੋਂ ਡਰ ਕੀ ਹੈ? ਇਨਸਾਨ ਨੂੰ ਡਰ ਤੋਂ ਹੀ ਸਾਡਾ ਜੀਵਨ ਘੜਿਆ ਜਾਂਦਾ ਹੈ। ਸਾਨੂੰ ਨੁਕਸਾਨ ਦਾ ਡਰ ਹੈ, ਕੁਝ ਦਰਦ ਦਾ ਡਰ ਹੈ, ਮਾਹੌਲ ਵਿੱਚ ਨਾਮ ਨਾ ਖਰਾਬ ਹੋਏ ਉਹਦਾ ਡਰ ਹੈ, ਆਪਣਾ ਕੰਟਰੋਲ ਜੀਵਨ ਚੋਂ ਘਟ ਜਾਏ ਉਹਦਾ ਡਰ ਹੈ, ਮੇਰੇ ਨਾਲ ਕੀ ਹੋਏਗਾ ਕੱਲ ਇਹਦਾ ਡਰ ਹੈ। ਮੇਰਾ ਜੀਵਨ ਹੁਣ ਤੱਕ ਡਰ ਤੋਂ ਹੀ ਭਰਿਆ ਹੈ। ਅਗਰ ਥੋੜਾ ਜਿਹਾ ਵਿਚਾਰੀਏ ਤਾਂ ਇਹ ਸਾਰੀ ਸ੍ਰਿਸ਼ਟੀ ਵਿੱਚ ਜਿਤਨੇ ਵੀ ਲੋਕ ਨੇ, ਡਰ ਉਹਨਾਂ ਦੇ ਜੀਵਨ ਦਾ ਇੱਕ ਬਹੁਤ ਜ਼ਰੂਰੀ ਅਹਿਮ ਪਹਿਲੂ ਹੈ। ਔਰ ਇਸ ਡਰ ਦਾ ਕਾਰਨ ਹੈ ਕਿ ਅੰਤਰਾਤਮਾ ਸਾਨੂੰ ਸਭ ਨੂੰ ਪਤਾ ਹੈ ਕਿ ਸਭ ਕੁਝ ਅਸਥਿਰ ਹੈ। ਬਾਅਦ ਦਫਾ ਅਸੀਂ ਸੁਣਦੇ ਹਾਂ, ਲੋਕ ਕਹਿੰਦੇ ਆ ਨਾਲ ਕੀ ਲੈ ਕੇ ਜਾਣਾ ਹੈ, ਪਰ ਕਰਮ ਇਹੋ ਜਿਹੇ ਕਰਦੇ ਹੈ ਜਿਵੇਂ ਸਭ ਕੁਝ ਨਾਲ ਲੈ ਜਾਣਾ ਹੈ। ਮੌਤ ਨੂੰ ਧਿਆਨ ਵਿੱਚ ਰੱਖ ਕੇ ਜੀਣਾ ਬਹੁਤ ਔਖਾ ਕੰਮ ਹੈ। ਜੀਵਨ ਬਦਲ ਜਾਏਗਾ। ਜੇ ਮੈਂ ਰਾਤ ਨੂੰ ਸੌਣ ਵੇਲੇ ਇਹ ਵਿਚਾਰ ਆਏ ਮੈਨੂੰ ਕਿ ਮੈਂ ਸ਼ਾਇਦ ਨਾ ਉੱਠਾਂ ਤਾਂ ਕੀ ਹੋਏਗਾ? ਇਸ ਤਰ੍ਹਾਂ ਦੇਖਿਆ ਜਾਏ ਤੇ ਪੂਰਾ ਜੀਵਨ ਹੀ ਇੱਕ ਇਹੋ ਜਿਹੇ ਫਲਕ੍ਰਮ ਵੱਲ, ਫੋਕਸ ਵੱਲ ਜਾ ਰਿਹਾ ਹੈ ਤੇਜ਼ੀ ਨਾਲ, ਜਿਹਦਾ ਸਾਨੂੰ ਕੋਈ ਗਿਆਨ ਨਹੀਂ ਹੈ। ਤਾਂ ਮੈਂ ਬਹੁਤ ਆਪਣੀ ਸ਼ਕਤੀ ਰੋਜ਼ਮर्रा ਦੇ ਕੰਮਾਂ ਵਿੱਚ ਇਤਨੀ ਲਗਾ ਦਿੰਦਾ ਹਾਂ ਤਾਂ ਕਿ ਮੈਨੂੰ ਉਹ ਜੋ ਇਸ ਸਰੀਰ ਦਾ ਅੰਤ ਹੈ ਉਹ ਭੁੱਲ ਜਾਏ। ਸਾਨੂੰ ਆਪਣੇ ਦੁੱਖ ਸੁੱਖ, ਰੋਜ਼ਮर्रा ਦੇ ਕੰਮ ਕਾਰਜ, ਉਹਨਾਂ 'ਚ ਉਲਝ ਜਾਂਦੇ ਆ। ਪਰ ਗੁਰੂ ਸਾਹਿਬ ਨੇ ਸਾਨੂੰ ਜੀਵਨ ਦੀ ਇੱਕ ਉੱਤਮ ਕਲਾ ਦੱਸੀ ਹੈ। ਇਹ 37 ਪੌੜੀਆਂ ਦਾ ਇੱਕ ਤਰ੍ਹਾਂ ਨਾਲ ਐਕਸ਼ਨ ਕੀ ਹੋਣਾ ਹੈ ਉਹ ਇੱਥੇ ਢਾਲ ਦਿੱਤਾ 38ਵੀਂ ਪੌੜੀ ਵਿੱਚ। ਜਿਵੇਂ ਕੋਈ ਹੋਮਵਰਕ ਦਿੰਦਾ ਹੋਏ ਟੀਚਰ, ਔਰ ਨਾਲ ਕੁਝ ਬੜੀਆਂ ਡੂੰਘੀਆਂ ਗੱਲਾਂ ਸਮਝਾਈਆਂ ਹਨ। ਜਤ ਕੀ ਹੈ, ਧੀਰਜ ਦੀ ਗੱਲ ਕੀਤੀ ਹੈ, ਧਿਆਨ ਦੀ ਗੱਲ ਕੀਤੀ ਹੈ। ਦਿਖਦਾ ਨਹੀਂ ਹੈ ਪਰ ਇੱਥੇ ਧਿਆਨ ਬਹੁਤ ਜ਼ਰੂਰੀ ਐਲੀਮੈਂਟ ਹੈ। ਸ਼ਬਦ ਦੀ ਗੱਲ ਕੀਤੀ ਹੈ, ਡਰ ਦੀ ਗੱਲ ਕੀਤੀ ਹੈ,
ਪ੍ਰੇਮ ਦੀ ਗੱਲ ਕੀਤੀ ਹੈ। ਜਿਹੜੇ ਵੀ ਜ਼ਰੂਰੀ ਐਲੀਮੈਂਟਸ ਹਨ, ਮੈਨੂੰ ਮੇਰੇ ਸੱਤ ਦੀ ਕਮਾਈ ਵਾਸਤੇ ਰਸਤੇ ਵਿੱਚ ਜੋ ਜੋ ਸਮਾਨ ਚਾਹੀਦੇ ਹਨ, ਇੱਕ ਪੋਟਲੀ ਵਿੱਚ ਗੁਰੂ ਬੰਦ ਕੇ ਦੇ ਦਿੰਦਾ ਹੈ। ਇਹ ਰਸਤੇ 'ਚ ਰੱਖਣਾ ਨਾਲ। ਇਹ ਦੂਰ ਦੀ ਸਫ਼ਰ ਹੈ, ਔਰ ਇੱਥੇ ਇਹ ਚੀਜ਼ਾਂ ਨਾਲ ਹੋਣਗੀਆਂ ਤਾਂ ਘਰ ਪਹੁੰਚ ਜਾਵਾਂਗੇ। ਗੁਰੂ ਨੇ ਸਭ ਬੇਅੰਤਤਾ ਸਮਝਾਈ, ਜਿਹੜੀ ਸਾਡੇ ਸਮਝ ਵਿੱਚ ਵੀ ਨਹੀਂ ਆਈ। ਮਤਲਬ ਇਹਨਾਂ ਪੌੜੀਆਂ ਵਿੱਚ ਇੱਕ ਗੱਲ ਮੈਨੂੰ ਔਖੀ ਲੱਗੀ ਕਿ ਜਿਸ ਚੀਜ਼ ਦੇ ਆਪ ਦਰਸ਼ਨ ਨਹੀਂ, ਉਹਦੀ ਵਿਚਾਰ ਕਿਵੇਂ ਖੋਲੀਏ। ਗੱਲਾਂ ਹੀ ਦਿਖ ਜਾਂਦੀਆਂ ਨੇ ਫਿਰ। ਜਿਸਨੂੰ ਆਪ ਐਕਸਪੀਰੀਅੰਸ ਨਹੀਂ ਹੈ, ਉਹ ਕਿਵੇਂ ਮੇਰੇ ਵਰਗਾ ਪ੍ਰਚਾਰ ਕਰੇ। ਕੋਈ ਟੁਕਦੀ ਨਹੀਂ ਹੈ ਗੱਲ। ਪਰ ਅੱਜ ਗੁਰੂ ਸਾਹਿਬ ਤੋਂ ਸਾਰੇ ਉਲੰਬੇ ਲਾ ਦੇਣੇ ਹਨ। ਇਸ ਪੌੜੀ ਤੇ ਜੋ ਜੋ ਆਦੇਸ਼ ਸਾਹਿਬ ਕਰ ਰਹੇ ਹਨ, ਇਹਦੀ ਕਮਾਈ ਦਾ ਪ੍ਰਣ ਜੀਵਨ ਵਿੱਚ ਕਰਨ ਦੀ ਅਗਰ ਸ਼ਮਤਾ ਅਸੀਂ ਰੱਖੀਏ ਤਾਂ ਜਪਜੀ ਸਾਹਿਬ ਦੀ ਕਮਾਈ ਕਰਾਂਗੇ, ਤਾਂ ਜਪਜੀ ਸਾਹਿਬ ਨੂੰ ਪੌੜੀਆਂ ਵਰਗਾ ਇੱਕ ਘਰ ਜਾਣ ਦੀ ਵਿਧੀ ਬਣਾ ਲਵਾਂਗੇ, ਤਾਂ ਘਰ ਪਹੁੰਚ ਜਾਵਾਂਗੇ। ਜੋ ਕੁਝ ਮੇਰੇ ਮਨ ਦੇ ਹਾਲਾਤ ਨੇ, ਜੋ ਕੁਝ ਮੇਰੇ ਨਾਲ ਬੀਤਰੀ ਹੈ, ਅਗਰ ਮੈਂ ਗੁਰੂ ਨੂੰ ਹਾਜ਼ਰ ਜਾਣ ਕੇ ਜੀਣਾ ਹਾਂ ਤਾਂ ਗੁਰੂ ਸਭ ਕੁਝ ਜਾਣਦਾ ਹੈ। ਜੇ ਨਹੀਂ ਵੀ ਹਾਜ਼ਰ ਜਾਣ ਕੇ ਜੀਂਦਾ ਤਾਂ ਵੀ ਜਾਣਦਾ ਹੈ। ਪਰ ਜਦ ਮੈਂ ਡਿਨਾਇਲ ਚ ਹੁੰਦਾ ਗੁਰੂ ਦੇ, ਤਾਂ ਫਿਰ ਗੁਰੂ ਦੇ ਅਸਰ ਨੂੰ ਮਨ ਵਿੱਚ ਨਹੀਂ ਆਣ ਦਿੰਦਾ। ਜੀਵਨ ਕਿਤਨਾ ਭੁਲੇਖਾ ਹੈ। ਜਿਹੜੇ ਲੋਕਾਂ ਦੀ ਹਾਸੀ ਕਿਸੇ ਕਾਰਨ ਵਸ਼ ਹੋ ਰਹੀ ਹੈ, ਉਹ ਹਾਸੀ ਕੁਝ ਸਮੇਂ ਦੀ ਹੈ। ਇਹਨੂੰ ਬਦਲਣਾ, ਦੁੱਖ ਵਿੱਚ ਬਦਲਣੇ ਵਿੱਚ ਦੇਰ ਨਹੀਂ ਲੱਗੇਗੀ। ਬੜਾ ਧੋਖਾ ਹੈ। ਮੈਂ ਇੱਕ ਬੜੀ ਵੱਡੀ ਪਾਰਟੀ ਕਰਦਾ ਹਾਂ, 100 ਲੋਕ ਆਉਂਦੇ ਹਨ, ਸਾਰੇ ਖੁਸ਼ੀ ਆਉਂਦੇ ਹਨ, ਖੁਸ਼ੀ ਜਾਂਦੇ ਹਨ। ਇਹ ਖੁਸ਼ੀ ਦੇ ਮੁਖੜੇ ਬਾਹਰ ਦੇ ਹਨ, ਅੰਤਰ ਦੀ ਮਨ ਦੀ ਅਵਸਥਾ ਨਹੀਂ ਪਤਾ ਹੈ। ਔਰ ਇਹ ਸੁੱਖ ਕਦੋਂ ਦੁੱਖ ਵਿੱਚ ਬਦਲਣ ਵਾਲਾ ਹੈ। ਤਾਂ ਅਸੀਂ ਜਿਹੜੇ ਮਿਲੇ ਹਾਂ, ਉਸ ਮਿਲਣ ਤੋਂ ਕੁਝ ਸਿੱਖਿਆ ਨਹੀਂ ਹੈ, ਕੇਵਲ ਸਮਾਂ ਟਾਲਿਆ ਹੈ। ਅੱਜ ਦੇ ਦਿਨ ਦੀ ਤਿਆਰੀ ਚ ਨਿਕਲ ਗਿਆ। ਦਾ ਰਸਤਾ ਹੈ ਹੀ ਬੜਾ ਥੋੜਾ, ਬੜਾ ਸੰਕੀਰਨ ਰਸਤਾ ਹੈ, ਜਿੱਥੋਂ ਮਨ ਤ੍ਰਿਪਤ ਹੋ ਜੇ। ਪਰ ਮੈਂ ਇਹਨੂੰ ਤ੍ਰਿਪਤ ਕਰਨ ਦੇ ਯਤਨ ਆਜੀਵਨ ਕਰਦਾ ਹਾਂ। ਆਜੀਵਨ ਉਹਨਾਂ ਚੋਂ ਕੁਝ ਕਰਮ ਇਹੋ ਜਿਹੇ ਕਰਦਾ ਹਾਂ ਜਿਹੜਾ ਬਾਰ-ਬਾਰ ਕਰਦਾ ਜਾਂਦਾ ਹਾਂ, ਜਾਣਦੇ ਹੋਏ ਕਿ ਇਹ ਮੈਨੂੰ ਤ੍ਰਿਪਤ ਨਹੀਂ ਕਰ ਰਿਹਾ। ਇੱਕ ਸੁੱਤਿਆ ਜੀਵਨ ਹੈ। ਗੁਰੂ ਤੇਗ ਬਹਾਦਰ ਸਾਹਿਬ ਕਹਿ ਰਹੇ ਸਨ, ਜਾਗ ਲਿਓ ਰੇ ਮਨਾ, ਜਾਗ ਲਿਓ ਕਹਾਂ ਗਾਫਲ ਸੋਇਆ, ਜੋ ਤਨ ਉਪਜਿਆ ਸੰਗ ਹੀ ਸੋ ਵੀ ਸੰਗ ਨਾ ਹੋਆ। ਇਸ ਚੀਜ਼ ਨੂੰ ਮੈਂ ਕਮਾਵਾਂਗਾ ਕਦੋਂ? ਦਰਅਸਲ ਇਸ ਪੌੜੀ ਵਿੱਚ ਜਿਹੜੀ ਭਾਵਨਾਵਾਂ ਸਾਹਿਬ ਨੇ ਦੱਸੀਆਂ ਹਨ, ਜਿਹੜਾ ਆਦੇਸ਼ ਉਪਦੇਸ਼ ਸਾਨੂੰ ਦੇ ਰਹੇ ਹਨ, ਇਹ ਅਗਰ ਮੇਰੇ ਮਨ ਵਿੱਚ ਬੈਠ ਜਾਏ ਤੇ ਲੱਗਦਾ ਹੈ ਕਿ ਮਨ
ਆਪਣੇ ਪੈਰ ਵਿੱਚ ਫਿਰ ਪੱਕਾ ਹੋ ਜਾਏਗਾ। ਇਹ ਜਿਹੜਾ ਬਚਿਆ ਜਨਮ ਹੈ ਉਸ ਨੂੰ ਹੀ ਸੰਭਾਲ ਸਕਦਾ ਹਾਂ, ਪਿੱਛੇ ਤਾਂ ਨਿਕਲ ਗਿਆ ਹੈ। ਗੁਰੂ ਨਾਨਕ ਸਾਹਿਬ ਦੇ ਦਰਸ਼ਨ ਜਪਜੀ ਵਿੱਚ ਪੂਰੇ ਹਨ, ਔਰ ਇਸ 38ਵੀਂ ਪੌੜੀ 'ਚ ਕਿਤਨੀ ਨੇੜਤਾ ਦਿਖਦੀ ਹੈ, ਕਿਤਨਾ ਪ੍ਰੇਮ ਦਿਖਦਾ ਹੈ ਆਪਣਾ ਗੁਰੂ ਦਾ ਆਪਣੇ ਸਿੱਖ ਨਾਲ। ਜਦੋਂ ਉਸ ਨੂੰ ਉਹ ਇੱਕ ਟਕਸਾਲ ਬਖਸ਼ ਦਿੰਦਾ ਹੈ, ਟਕਸਾਲ ਦੀ ਕਮਾਈ, ਸੋਨੇ ਦੀ ਟਕਸਾਲ, ਇੱਕ ਮਿੰਟ ਜਿੱਥੇ ਸੋਨਾ ਕੜਿਆ ਜਾਏ, ਉਹਦੀ ਬੇਦੀ ਬਖਸ਼ ਦਿੰਦਾ ਹੈ। ਔਰ ਇਹ ਉਹ ਟਕਸਾਲ ਹੈ ਜਿਹੜੀ ਮੌਤ ਤੋਂ ਖਤਮ ਨਹੀਂ ਹੋਏਗੀ, ਸ਼ਾਇਦ ਮੌਤ ਤੋਂ ਸ਼ੁਰੂ ਹੋਏਗੀ। ਕਈ ਧਰਮਾਂ ਵਿੱਚ ਇਹ ਗੱਲ ਚੱਲਦੀ ਹੈ, ਗਾਰਡਨ ਆਫ ਪੈਰਾਡਾਈਜ਼, ਬਗੀਚਾ ਸਾਰੇ ਸੁੱਖਾਂ ਦਾ ਬਗੀਚਾ। ਇੱਕ ਅੰਗਰੇਜ਼ੀ ਰਾਈਟਰ ਆਇਆ, ਉਸਨੇ ਹਮਜ਼ਾ ਵੈਲੀ ਵਿੱਚ ਤੋਂ ਇੰਸਪਾਇਰ ਹੋ ਕੇ ਕਿਤਾਬ ਲਿਖੀ, ਸ਼ੰਗਰੀਲਾ, ਜਿੱਥੇ ਕੋਈ ਨਹੀਂ ਮਰਦਾ ਹੈ। ਹਮਜ਼ਾ ਵੈਲੀ ਵਿੱਚ ਹੁਣ ਵੀ 125 ਸਾਲ ਦੀ ਉਮਰ ਹੈ ਲੋਕਾਂ ਦੀ। ਗੱਲ ਧਰਮ ਦੀ ਤਾਂ ਉੱਠਦੀ ਹੈ ਜਦੋਂ ਇੱਕ ਪ੍ਰਸ਼ਨ ਸਾਡੇ ਸਾਹਮਣੇ ਆਉਂਦਾ ਹੈ ਜਿਹਦਾ ਸਾਡੇ ਕੋਲ ਜਵਾਬ ਨਹੀਂ ਹੈ। ਮੌਤ, ਦੂਸਰਾ ਦਰਦ, ਤੀਸਰਾ ਮੈਂ ਕਿੱਥੇ ਜਾਵਾਂਗਾ, ਮੇਰਾ ਕੀ ਹੋਏਗਾ, ਕਿਉਂਕਿ ਮੇਰੇ ਹੋਣ ਦੀ ਲੋੜ ਮੈਨੂੰ ਬਹੁਤ ਜ਼ਰੂਰੀ ਹੈ। ਸੁਖੀ ਮੈਂ ਹੀ ਹੋਵਾਂਗਾ ਜੇ ਮੈਂ ਹੋਵਾਂਗਾ, ਜੇ ਮੈਂ ਹੀ ਨਹੀਂ ਹੋਵਾਂਗਾ ਤਾਂ ਕੌਣ ਸੁਖੀ ਹੋਏਗਾ। ਪਰ ਦੁਨੀਆ ਨੂੰ ਜਿਸ ਤਰਫ ਤੋਂ ਅਸੀਂ ਦੁਨੀਆ ਨੂੰ ਦੇਖ ਰਹੇ ਹਾਂ ਉਹਦੇ ਵਿੱਚ ਪੂਰੀ ਦੁਨੀਆ ਦਾ ਗਿਆਨ ਨਹੀਂ ਹੈ, ਅਧੂਰੀ ਦੁਨੀਆ ਨੂੰ ਜਾਣਦੇ ਹਾਂ। ਜਿਸ ਤੋਂ ਗੁਰੂ ਦੇਖਦਾ ਹੈ ਉਹ ਸਾਰੀ ਦੁਨੀਆ ਦਾ ਗਿਆਨ ਰੱਖਦੇ ਹਨ, ਔਰ ਉਹਦੇ ਵਿੱਚ ਮਾਤ ਲੋਕ ਮੈਨੂੰ ਲੱਗਦਾ ਹੈ ਇੱਕ ਬਹੁਤ ਛੋਟਾ ਹਿੱਸਾ ਹੈ। ਇਸ ਕਰਕੇ ਜਿਤਨੇ ਵੀ ਮੈਂ ਡਿਸੀਜਨ ਲੈਂਦਾ ਹਾਂ ਉਹ ਇੱਕ ਤਰ੍ਹਾਂ ਨਾਲ ਦੇਖਿਆ ਜਾਏ ਤੇ ਸਭ ਗਲਤ ਹਨ, ਕਿਉਂਕਿ ਮੈਂ ਸਿਰਫ ਮਾਤ ਲੋਕ ਨੂੰ ਸਾਹਮਣੇ ਰੱਖ ਕੇ ਆਪਣੇ ਮੌਜੂਦਾ ਜੀਵਨ ਨੂੰ ਚਲਾ ਰਿਹਾ। ਮੈਨੂੰ ਸਾਰੇ ਦਾ ਗਿਆਨ ਨਹੀਂ ਹੈ। ਗੁਰੂ ਜਿਵੇਂ ਇੱਕ ਪੇੜ ਦੇ ਜੜਾਂ ਤੇ ਸਾਨੂੰ ਖਾਦ ਜਾਣ ਲਈ ਪ੍ਰੇਰ ਰਿਹਾ ਹੈ, ਜਿਵੇਂ ਮੈਂ ਪੇੜ ਹੋਵਾਂ, ਮੈਨੂੰ ਸਮਝਾ ਰਹੇ ਹਨ ਕਿ ਪਾਣੀ ਔਰ ਖਾਦ ਤੇ ਜੜਾਂ ਚ ਪਾ, ਤੇਰੇ ਸਾਰੇ ਪੱਤੇ ਹਰੇ ਹੋ ਜਾਣਗੇ। ਨਾਮ ਨੂੰ ਸੁਰਤ ਨਾਲ ਰਲਾ, ਇਹ ਜੜਾਂ ਚ ਪਾਣੀ ਪਾਣਾ ਹੈ, ਜੜਾਂ ਵਿੱਚ ਖਾਦ ਪਾਣਾ ਹੈ, ਰੋਗਾਂ ਨੂੰ ਦੂਰ ਕਰਨਾ ਹੈ। ਚੱਲਣਾ ਤਾਂ ਸਾਨੂੰ ਆਪ ਹੀ ਪੈਣਾ ਹੈ, ਕੋਈ ਸਾਡੇ ਲਈ ਨਹੀਂ ਚੱਲੇਗਾ। ਜੀਵਨ ਦਾ ਐਕਸਪੀਰੀਅੰਸ ਵਿੱਚ ਮੈਂ ਲੋਕਾਂ ਦੀ ਇੰਸਪੀਰੇਸ਼ਨ ਲੈ ਸਕਦਾ ਹਾਂ, ਉਹਨਾਂ ਦੀ ਮਦਦ ਲੈ ਸਕਦਾ ਹਾਂ, ਪਰ ਕਰਨਾ ਮੈਨੂੰ ਆਪ ਹੀ ਪੈਣਾ ਹੈ। ਔਰ ਬਿਨਾਂ ਮੇਰੇ ਆਪਣੇ ਉਦਮ ਕੀਤੇ, ਬਿਨਾਂ ਮੇਰੇ ਆਪਣੇ ਆਪ ਫੈਸਲੇ ਲਏ, ਜੀਵਨ ਬਦਲੇਗਾ ਨਹੀਂ। किसी संत के अगे जाके मत्थे टेक के कुछ 10,000 15,000 चढ़ा के मैनू मुक्ति नहीं मिलती है। वो संत भी नहीं है संत, और असी भी मूर्ख हाँ। एक जीवन में पलटन लई जितना जोर और शक्ति लगती है, ਉਹਦੇ 'ਚ कई साल की कमाई लग जाती है।
ਬ੍ਰਹਮ ਗਿਆਨੀ ਦੀ ਸੰਗਤ ਵੀ ਕਰੋ ਤਾਂ ਕਈ ਸਾਲ ਲੱਗ ਜਾਂਦੇ। ਫਿਰ ਉਹਦੇ ਵਿੱਚ ਇੱਕ ਗੱਲ ਜ਼ਰੂਰ ਹੈ ਕਿ ਉਹ ਜਾਂਦਾ ਕਿਧਰੇ ਨਹੀਂ, ਅਗਰ ਉਹ ਸੱਚੇ ਦਿਲੋਂ ਪੂਰੀ ਕਮਿਟਮੈਂਟ ਨਾਲ ਕੀਤਾ ਗਿਆ ਹੋਏ ਤਾਂ ਤੁਸੀਂ ਜਿਹੜੇ ਸਿੱਖਾਂ ਦੀ ਗੱਲ ਵਿਚਾਰੋਗੇ, ਸਿੱਖ ਮਤ ਵਿੱਚ ਕਥਾ ਜਦੋਂ ਦੇਖਾਂਗੇ ਸਿੱਖਾਂ ਦੇ ਘਰਾਂ ਦੀਆਂ, ਤਾਂ ਅਸੀਂ ਦੇਖਾਂਗੇ ਕਿ ਗੁਰੂ ਮਨ, ਤਨ ਔਰ ਤਨ ਤਿੰਨਾਂ ਨੂੰ ਲੈ ਲੈਂਦਾ, ਪਹਿਲਾਂ ਕੁਝ ਵੀ ਨਹੀਂ ਛੱਡਦਾ, ਔਰ ਫਿਰ ਇੱਕ ਨਵੇਂ ਸਿੱਖ ਦੀ ਉਸਾਰੀ ਕਰਦਾ। ਕਿਉਂਕਿ ਅਗਰ ਝੂਠ ਮੇਰੀ ਬੁਨਿਆਦ ਵਿੱਚ ਰਹਿ ਗਿਆ ਤਾਂ ਫਿਰ ਮੈਂ ਸੱਚ ਦੀ ਬੁਨਿਆਦ ਕਿਵੇਂ ਸਮਝਾਂਗਾ। ਹੰਕਾਰ ਅਗਰ ਮੈਂ ਨਹੀਂ ਛੱਡ ਪਾਇਆ ਤਾਂ ਫਿਰ ਮੈਂ ਆਪਣਾ ਹੀ ਮਹਿਲ ਉਸਾਰਾਂਗਾ, ਨਿਰੰਕਾਰ ਦੇ ਘਰ ਦੀ ਕੋਈ ਗੱਲ ਨਹੀਂ ਆ ਸਕਦੀ ਵਿੱਚ। ਜਦ ਮੈਂ ਆਪ ਹੀ ਆਪਣੇ ਹੰਕਾਰ ਤੋਂ ਹੀ ਨਹੀਂ ਮਾਰ ਫਾਰਗ ਹੋ ਰਿਹਾ, ਆਪਣੇ ਸਰੀਰ ਕਰਕੇ ਹੰਕਾਰ ਹੈ, ਮਨ ਕਰਕੇ ਹੰਕਾਰ ਹੈ, ਤਨ ਕਰਕੇ ਹੰਕਾਰ ਹੈ, ਧਨ ਕਰਕੇ ਹੰਕਾਰ ਹੈ। ਇਹਨਾਂ ਤਿੰਨਾਂ ਦੀ ਫਾਊਂਡੇਸ਼ਨ ਬਦਲਣੀ ਹੈ। ਤੇ ਜਦੋਂ ਇਸ ਤਰ੍ਹਾਂ ਦਾ ਅਸੀਂ ਸੰਗਤ ਵਿਚਾਰੀਏ, ਜਿਵੇਂ ਗੁਰੂ ਅਮਰਦਾਸ ਮਹਾਰਾਜ ਨੂੰ ਗੁਰੂ ਅੰਗਦ ਸਾਹਿਬ ਨੇ 13 ਵਰੇ, ਦੇਖੋ 13 ਵਰੇ, ਤਾਂ ਗੁਰੂ ਸਾਹਿਬ ਇਸ ਤਰ੍ਹਾਂ ਰਹੇ ਉਹਨਾਂ ਦੇ ਘਰ 'ਚ ਜਿਵੇਂ ਕੋਈ ਚਾਕਰ ਰਹਿੰਦਾ ਹੋਏ, ਕੋਈ ਧਨ ਨਹੀਂ ਹੈ। ਘਰੋਂ ਜੋ ਵੀ ਮਾਲਵਾਨ ਹੋਣ, ਪਰ ਗੁਰੂ ਦੇ ਘਰ ਵਿੱਚ ਉਹ ਨੀਵੇਂ ਹੋ ਕੇ ਰਹੇ ਜਿਵੇਂ ਚਾਕਰ ਰਹਿੰਦਾ ਹੈ, ਹੋਰ ਕੋਈ ਤਰੀਕਾ ਹੈ ਨਹੀਂ। ਇੱਕ ਨੌਕਰ ਦੀ ਤਰ੍ਹਾਂ ਮਾਨ ਨੂੰ ਤਿਆਗ ਕੇ। ਇਹੋ ਜਿਹੀ ਕਥਾਵਾਂ ਵਿਚਾਰਨੀਆਂ ਬਹੁਤ ਜ਼ਰੂਰੀ ਨੇ, ਜਿੱਥੇ ਸਿੱਖਾਂ ਨੇ ਆਪਣਾ ਮਨ ਅਰਪਣ ਕਰ ਦਿੱਤਾ, ਕਿਉਂਕਿ ਇਹੀ ਸਿੱਖ ਨੇ ਜਿਨ੍ਹਾਂ ਨੇ ਅਸਲ ਸੇਵਾ ਕੀਤੀ ਹੈ। ਸਾਡੇ ਅੱਜ ਕੱਲ ਦੀ ਸੇਵਾ ਵਿੱਚ ਤਾਂ ਸ਼ੋਰ ਜ਼ਿਆਦਾ ਹੈ, ਮਨ ਅਰਪਣ ਕਰਨਾ ਉਹਦੀ ਗੱਲ ਹੀ ਸ਼ਾਇਦ ਨਹੀਂ ਹੈ। ਪਰ ਇਹ ਵੀ ਹੁਣ ਜੋ ਸਾਨੂੰ ਚੰਗਾ ਲੱਗਦਾ ਹੈ ਉਸ ਹਿਸਾਬ ਨਾਲ ਅਸੀਂ ਚੈੱਕ ਕਰ ਰਹੇ ਹਾਂ। ਗੁਰੂ ਦੀ ਸੇਵਾ ਵਿੱਚ ਰਹਿਣਾ, ਗੁਰੂ ਦੀ ਹਜ਼ੂਰੀ ਵਿੱਚ ਰਹਿਣਾ ਹੈ। ਕਦੇ ਵੀ ਮਨ ਗੁਰੂ ਤੋਂ ਪਲਟੇਗਾ ਨਹੀਂ। ਵਿਚਾਰ ਵੀ ਆਉਣਗੇ ਤੇ ਗੁਰੂ ਦੇ ਸਾਹਮਣੇ ਆਉਣਗੇ। ਕੁਝ ਵੀ ਕਰਾਂਗਾ, ਕਿਧਰ ਵੀ ਸੋਚਾਂਗਾ, ਉਹ ਸਭ ਗੁਰੂ ਦੀ ਹਜ਼ੂਰੀ ਵਿੱਚ ਹੈ, ਕਿਉਂਕਿ ਮੈਂ ਮਨ ਨੂੰ ਗੁਰੂ ਨੂੰ ਅਰਪਣ ਕੀਤਾ ਹੈ। ਇਸ ਤਰ੍ਹਾਂ ਘੜ ਜਾਂਦੀ ਹੈ ਸੁਰਤ। ਪਰ ਇਹ ਇੱਕ ਤਰੀਕਾ ਹੈ, ਦੂਜਾ ਤਰੀਕਾ ਸ਼ਬਦ ਦਾ ਹੈ, ਜਿਹੜਾ ਗੁਰੂ ਸਾਹਿਬ ਨੇ ਆਪਣਾ ਗੁਰੂ ਦੱਸਿਆ ਸਾਨੂੰ। ਇੱਥੇ ਸ਼ਬਦ ਦੀ ਬਹੁਤ ਅਹਿਮ ਰੋਲ ਹੋ ਜਾਂਦਾ ਹੈ। ਇਸ ਪੌੜੀ ਵਿੱਚ ਵੀ ਸਾਹਿਬ ਸਾਨੂੰ ਸ਼ਬਦ ਸਮਝਾ ਰਹੇ ਹਨ। ਜੇ ਇਸ ਪੌੜੀ ਨੂੰ ਅਸੀਂ ਕਮਾ ਸਕੀਏ ਜੀਵਨ ਵਿੱਚ, ਗੁਰੂ ਕਿਰਪਾ ਸਾਨੂੰ ਕਰਨ, ਤਾਂ ਬਹੁਤ ਸੁਲਝ ਜਾਏਗਾ ਜੀਵਨ। ਕਾਫੀ ਉਲਝਣਾਂ ਗਿਰ ਜਾਣਗੀਆਂ। ਜ਼ਿਆਦਾ ਉਲਝਣਾਂ ਤਾਂ ਜੀਵਨ ਵਿੱਚ ਗਲਤ ਰਸਤੇ ਵਿੱਚ ਪੈਣ ਕਰਕੇ ਹੈ। ਗਲਤ ਦਾ ਮਤਲਬ ਇਹ ਨਹੀਂ ਹੈ ਕਿ ਰੋਂਗ ਵੇ ਹੈ। ਗਲਤ ਦਾ ਮਤਲਬ ਮੇਰਾ ਭਾਵ ਹੈ ਕਿ ਸੱਤ ਨੂੰ ਛੱਡ ਕੇ ਹੋਰ ਜਗ੍ਹਾ ਘੁੰਮ ਰਿਹਾ ਮੈਂ। ਜਾਣਾ ਸੱਤ ਵੱਲ ਹੈ ਸਦਾ ਸੱਤ ਹਰ ਜਗ੍ਹਾ ਤੇ, ਪਰ ਮੇਰੀ ਅੱਖਾਂ ਵਿੱਚ ਹੁਣ ਕੁਝ ਹੋਰ ਹੀ ਵਰਤ ਰਿਹਾ। ਮੈਂ ਇਹਨੂੰ ਕਹਾਂਗਾ ਕਿ we rather charge the spirit, ਪਰ ਜਦੋਂ ਅਸੀਂ ਈਗੋ ਨੂੰ ਚਾਰਜ ਕਰ ਦਿੰਦੇ ਹਾਂ ਕਿਸੇ ਵੀ ਕਾਰਨ ਕਰਕੇ, ਤਾਂ ਉਹ ਫਿਰ ਰਸਤਾ ਫਰਕ ਹੋ ਜਾਂਦਾ ਹੈ। ਗੁਰੂ ਦੇ ਗਿਆਨ
ਦੀ ਕਈ ਗੱਲਾਂ ਸਮਝ ਆ ਜਾਂਦੀਆਂ ਹਨ, ਕਈ ਸਮਝ ਵੀ ਨਹੀਂ ਆਉਂਦੀਆਂ। ਬਟ ਅਗਰ ਗੁਰੂ ਦਾ ਇੱਕ ਵੀ ਉਪਦੇਸ਼ ਸਹੀ ਤਰੀਕੇ ਨਾਲ ਸਮਝ ਆ ਜਾਏ ਔਰ ਉਸ ਨੂੰ ਅਸੀਂ ਕਮਾ ਲਈਏ ਤਾਂ ਗੁਰੂ ਪੂਰੀ ਤਰ੍ਹਾਂ ਉਹਦੇ 'ਚ ਹਾਜ਼ਰ ਹੈ ਔਰ ਮੇਰੇ ਮਨ ਨੂੰ ਬਦਲਣ ਦੀ ਪੂਰੀ ਸ਼ਮਤਾ ਰੱਖਦਾ ਹੈ। ਮੇਰਾ ਮਨ ਢਲ ਜਾਏ ਇੱਕ ਇਹੋ ਜਿਹੀ ਵਿਧੀ ਵਿੱਚ ਜਿਸ ਨੂੰ ਅਸੀਂ ਕਹੀਏ ਕਿ ਗੁਰੂ ਦੇ ਨੇੜੇ ਹੋ ਕੇ ਅਸੀਂ ਇਸ ਚੀਜ਼ ਨੂੰ ਬਾਰ-ਬਾਰ ਵਿਚਾਰਦੇ ਹਾਂ ਕਿ ਧਰਮ ਕੀ ਹੈ, ਅਸੀਂ ਬਾਣੀ ਤੋਂ ਕੀ ਸਿੱਖਣਾ ਹੈ, ਬਾਣੀ ਤੋਂ ਮੈਂ ਆਪਣੇ ਜੀਵਨ ਨੂੰ ਕਿਵੇਂ ਬਦਲਣਾ ਹੈ, ਮੇਰੇ ਰੋਜ਼ਮर्रा ਦੇ ਜੀਵਨ ਦਾ ਔਰ ਧਰਮ ਦਾ ਕੀ ਰਿਸ਼ਤਾ ਹੈ, ਮੇਰੇ ਜੀਵਨ ਵਿੱਚ ਆਏ ਵਿਘਨ ਇਹਨਾਂ ਦਾ ਕੀ ਹੱਲ ਹੈ। ਇਹ ਤੇ ਨੈਚੁਰਲ ਹਨ, ਇਹੋ ਜਿਹੇ ਪ੍ਰਸ਼ਨ ਤੇ ਆਣੇ ਨੈਚੁਰਲ ਹਨ। ਪਰ ਇੱਕ ਬੁਨਿਆਦੀ ਗੱਲ ਅਸੀਂ ਬਾਰ-ਬਾਰ ਸ਼ਾਇਦ ਭੁੱਲਦੇ ਹਾਂ ਕਿ ਇਹ ਜੀਵਨ ਧਰਮਸਾਲ ਹੈ, ਕੁਝ ਸਮੇਂ ਲਈ ਹੈ, ਸਦਾ ਲਈ ਨਹੀਂ ਹੈ। ਕੁਝ ਚਿਰ ਪਹਿਲੇ ਬੀਬਾ ਨੇ ਇੱਕ ਪ੍ਰਸ਼ਨ ਪੁੱਛਿਆ ਸੀ, ਮੈਂ ਆਪਣੇ ਰਿਸ਼ਤੇਦਾਰਾਂ ਤੋਂ ਵਿਛੜ ਜਾਵਾਂਗੀ। ਉਹ ਤਾਂ ਵਿਛੜ ਜਾਵਾਂਗੇ, ਸਾਰੇ ਹੀ ਵਿਛੜ ਜਾਵਾਂਗੇ। ਤਾਂ ਹੀ ਵਿਛੜਾਂਗੇ ਜੇ ਸਾਨੂੰ ਸੱਤ ਨਾਲ ਅਸੀਂ ਸੁਰਤ ਟੁੱਟੀ ਹੋਈ। ਜੇ ਸੱਤ ਨੂੰ ਅਸੀਂ ਜਾਣ ਲਿਆ ਤਾਂ ਉਹ ਜਿਹੜਾ ਮਨ ਹੈ ਉਹ ਸਭ ਦਾ ਇੱਕੋ ਹੀ ਮਨ ਹੈ। ਫਿਰ ਅਸੀਂ ਕਿਸੇ ਤੋਂ ਵੀ ਨਹੀਂ ਵਿਛੜਾਂਗੇ, ਫਿਰ ਅਸੀਂ ਸਾਰੀ ਕਾਇਨਾਤ ਨਾਲ ਜੁੜ ਗਏ। ਜੋ ਜਲ में जलाए खटाना त्यों ज्योति संग जोत समाना, मिट गए गमन पाए विश्राम। ਇਹ ਹੈ ਸਾਡਾ ਵਿਸਰਾਮ, ਇਹ ਸਾਡਾ ਘਰ ਹੈ। ਔਰ ਜਦੋਂ ਅਸੀਂ ਇੱਥੇ ਅਗਰ ਕਿਧਰੇ ਪਹੁੰਚ ਜਾਈਏ ਤਾਂ ਫਿਰ ਅਸੀਂ ਕਿਸੇ ਤੋਂ ਵੀ ਨਹੀਂ ਟੁੱਟਾਂਗੇ। ਫਿਰ ਅਸੀਂ ਅਸਲ ਵਿੱਚ ਭਲਾ ਆਪਣਾ ਔਰ ਸਭ ਦਾ ਕਰ ਸਕਦੇ ਹਾਂ, ਕਿਉਂਕਿ ਸਾਨੂੰ ਉਸ ਵੇਲੇ ਜੁੜਨ ਦੀ ਵਿਧੀ ਆ ਗਈ ਔਰ ਇਹ ਗਿਆਨ ਆ ਜਾਏਗਾ ਕਿ ਜੀਵਨ ਹੈ ਕੀ। ਅੱਜ ਤਾਂ ਅਸੀਂ ਇਹ ਜਾਣਦੇ ਨਹੀਂ ਹਾਂ। ਇੱਕ ਸਾਧੂ ਨੇ ਲਿਖਿਆ ਇਸ ਤਰ੍ਹਾਂ ਹੀ ਕਿ the meeting of this life is like the meeting on a train platform। ਜਿਹੜੇ ਮੇਰੇ ਰਿਸ਼ਤੇਦਾਰ ਹਨ, ਮੈਂ ਹਾਂ, ਅਸੀਂ ਇਵੇਂ ਇੱਕ ਪਲੇਟਫਾਰਮ 'ਤੇ ਮਿਲੇ ਹਾਂ ਰੇਲਵੇ ਦੀ। ਅਸੀਂ ਅਲੱਗ-ਅਲੱਗ ਟ੍ਰੇਨਾਂ ਹਾਂ ਔਰ ਹਰ ਟ੍ਰੇਨ ਆਪਣੀ ਡਾਇਰੈਕਸ਼ਨ ਵਿੱਚ ਜਾਏਗੀ। ਕੁਝ ਸਮੇਂ ਲਈ ਪਲੇਟਫਾਰਮ 'ਤੇ ਮਿਲ ਰਹੇ ਹਾਂ। ਬਿਲਕੁਲ ਠੀਕ ਗੱਲ ਹੈ। ਇਸ ਤਰ੍ਹਾਂ ਹੀ ਸਾਡੀ ਰਿਸ਼ਤੇਦਾਰੀਆਂ, ਸਕੇ ਸੰਬੰਧੀ, ਅਸੀਂ ਕੁਝ ਸਮੇਂ ਲਈ ਮਿਲਦੇ ਹਾਂ ਔਰ ਫਿਰ ਆਪਣੇ ਆਪਣੇ ਕਰਮਾਂ ਦੇ ਅਨੁਸਾਰ, ਕਰਮੀ ਆਪੋ ਆਪਣੀ ਕਰਮਾਂ ਦੇ ਵਿਚਾਰ ਨਾਲ ਫਿਰ ਜੀਵਨ ਸਾਨੂੰ ਲੈ ਜਾਂਦਾ ਹੈ ਜਿਸ ਤਰ੍ਹਾਂ ਦੇ ਸਾਡੇ ਕਰਮ ਹਨ। ਇੱਕ ਸਿੱਖ ਔਰ ਗੁਰੂ ਦਾ ਰਿਸ਼ਤਾ ਨਹੀਂ ਹੈ। ਅਗਰ ਸਿੱਖ ਔਰ ਗੁਰੂ ਦਾ ਰਿਸ਼ਤਾ ਸੱਚਾ ਹੋਏ ਤਾਂ ਉਹ ਕਾਲ ਤੋਂ ਪਰੇ ਹੈ। ਆਓ ਅਸੀਂ ਇਸ ਸ਼ਬਦ ਦੀ ਵਿਚਾਰ ਕਰੀਏ। ਜਤ ਪਹਾਰਾ ਧੀਰਜ ਸੁਨਿਆਰ, ਅਹਰਨ ਮਤ ਵੇਦ ਹਥਿਆਰ। ਪਾਓ ਖਲਾ ਅਗਨ ਤਪਤਾਓ, ਭਾਂਡਾ ਪਾਓ ਅੰਮ੍ਰਿਤ ਟਿਟਾਲ। ਘੜੀਏ शब्द सच्ची टकसाल, जिनको नदर करम तिनकार। नानक नदरी नदर निहाल। महाराज जत पहारा, इस पौड़ी विच साहिब एक सुनियारे की दुकान की गल करते हैं जिहड़ी सोने की मिंट चला रहे हैं। सोने नूं ढाल के साफ करके उस तो सिक्का बनाते हैं, टकसाल हो जाती है। वो यह चीज़ समझनी जरूरी है
कि जत जिहड़ा है ਇਹ ਕੀ ਸਿਗਨੀਫਾਈ ਕਰਦਾ ਹੈ। ਮੈਂ ਆਪਣੇ ਜਨਮ ਵਿੱਚ ਜੋ ਚੋਇਸਿਸ ਲਈਆਂ ਹਨ, ਜੋ ਮੈਂ ਚੂਜ਼ ਕੀਤਾ ਹੈ ਆਪਣੇ ਆਪ, ਉਹ ਮੇਰੇ ਜੀਵਨ ਦੀ ਡਾਇਰੈਕਸ਼ਨ ਨੂੰ ਕੰਟਰੋਲ ਕਰਦਾ ਹੈ। ਜੇ ਮੈਂ ਭਾਵ ਲੈ ਲੈਂਦਾ ਕਿ ਮੈਂ ਇੰਦਰੀਆਂ ਤੋਂ ਟੁੱਟ ਕੇ ਨਾਮ ਨੂੰ ਕਮਾਉਣਾ ਹੈ, ਤਾਂ ਫਿਰ ਇੰਦਰੀਆਂ ਦਾ ਜਤ ਇਹ ਕੰਟਰੋਲ ਵਿੱਚ ਆਪਣੇ ਆਪ ਆ ਜਾਣਗੀਆਂ ਸਨੇ ਸਨੇ। ਜਿੱਥੇ ਮੈਂ ਦੁਨੀਆ ਦੇ ਪੱਖ ਵੱਲ ਨਾ ਫਲੋ ਕਰਕੇ ਅਧਿਆਤਮ ਵੱਲ ਮੇਰੀ ਸ਼ਕਤੀ ਚੱਲਦੀ ਹੈ। ਸ਼ਕਤੀ ਇੱਕੋ ਹੀ ਹੈ, ਉਸ ਨੂੰ ਮੈਂ ਅਧਿਆਤਮ ਵੱਲ ਮੋੜ ਲਵਾਂ ਕਿ ਮੈਂ ਦੁਨੀਆ ਵੱਲ ਮੋੜ ਲਵਾਂ, ਐਨਰਜੀ ਇੱਕੋ ਹੀ ਹੈ। ਤਾਂ ਜਦੋਂ ਮੈਂ ਜਤ ਕਰਦਾ ਹਾਂ, ਸਾਹਿਬ ਕਹਿੰਦੇ ਨੇ ਇੱਕ ਪਹਾੜਾ ਦੇ ਜਿਸ ਤਰ੍ਹਾਂ ਪ੍ਰਹਾਰ ਕੋਈ ਕਰਦਾ ਹੋਏ, ਜਿਵੇਂ ਲੋਹਾਰ ਲੋਹੇ ਦੇ ਉੱਤੇ ਬਹੁਤ ਜ਼ੋਰ ਦੀ ਸਿੱਟਾ ਮਾਰਦਾ ਹੈ, ਇਵੇਂ ਸੁਨਿਆਰ ਵੀ ਮਾਰਦਾ ਹੈ, ਹਥੌੜੇ ਨਾਲ ਪ੍ਰਹਾਰ ਕਰਦਾ ਹੈ। ਇਹ ਪਹਾਰਾ ਹੈ। ਅਤੇ ਮੇਰਾ ਜਿਹੜਾ ਯਤਨ ਹੈ ਇੰਦਰੀਆਂ ਨੂੰ ਕਾਬੂ ਕਰਨ ਦਾ, ਇੰਦਰੀਆਂ ਤੋਂ ਪਰੇ ਜਾਣ ਦਾ, ਨਾਮ ਨੂੰ ਕਮਾਉਣ ਦਾ, ਇਹ ਮੈਨੂੰ ਦੱਸੇਗਾ ਕਿ ਜੀਵਨ ਵਿੱਚ ਮੇਰੀ ਸ਼ਕਤੀ ਜਿਹੜੀ ਹੈ ਉਹ ਉਸੇ ਪਾਸੇ ਜਾਏਗੀ, ਕਿਉਂਕਿ ਮੇਰਾ ਹੁਣ ਧਰਮਸਾਲ ਦਾ ਗਿਆਨ ਹੋ ਗਿਆ। ਮੈਨੂੰ ਇਹ ਚੀਜ਼ ਨੂੰ ਸਮਝਣਾ ਜ਼ਰੂਰੀ ਹੈ ਕਿ ਇੱਥੇ ਡਿਸੀਜ਼ਨਸ ਕੋਈ ਸਾਡੇ ਲਈ ਨਹੀਂ ਲਏਗਾ, ਇਹ ਸਾਨੂੰ ਆਪ ਹੀ ਲੈਣੇ ਪੈਣਗੇ। ਸਾਨੂੰ ਨਹੀਂ, ਸਾਨੂੰ ਗਿਆਨ ਹੋ ਸਕਦਾ, ਸਾਨੂੰ ਕੋਈ ਦੱਸ ਸਕਦਾ, ਪਰ ਐਨਰਜੀ ਦਾ ਡਿਸੀਜਨ ਫਲੋ ਕਰਾਉਣਾ ਮੇਰੀ ਆਪਣੀ ਚੋਇਸ ਹੈ। ਅਤੇ ਜਦੋਂ ਮੈਂ ਇਹ ਸਮਝ ਲਿਆ ਕਿ ਦੁਨੀਆ ਵਿੱਚ ਦੁੱਖ ਹੈ, ਤਾਂ ਮੇਰੀ ਫਿਰ ਸ਼ਕਤੀਆਂ ਇੰਦਰੀਆਂ ਤੋਂ ਹਟ ਕੇ ਅਧਿਆਤਮ ਵੱਲ ਤੁਰ ਪਈ। ਫਿਰ ਇਹ ਕਾਬੂ ਆ ਗਈ ਜਤ, ਇਸ ਨੂੰ ਜਤ ਕਿਹਾ ਸਾਹਿਬ ਨੇ। ਜਤ ਜਿਵੇਂ ਲੋਹਾਰ ਪ੍ਰਹਾਰ ਕਰਦਾ ਹੋਏ, ਜਿਵੇਂ ਇੱਕ ਲੋਹਾਰ ਪ੍ਰਹਾਰ ਕਰਦਾ ਹੋਏ ਲੋਹੇ ਨੂੰ, ਸੋਨੇ ਨੂੰ, ਕਿਉਂਕਿ ਸੁਨਿਆਰ ਦੀ ਗੱਲ ਚੱਲਦੀ ਹੈ। ਸੋਨੇ ਨੂੰ ਸ਼ੁੱਧ ਕਰੇਗਾ ਉਹ, ਸੋਨੇ ਨੂੰ ਮੋਲਡ ਕਰੇਗਾ ਉਹ, ਤਾਂ ਕਿ ਉਹ ਟਕਸਾਲ ਬਣ ਸਕੇ, ਉਹ ਟਕਸਾਲ ਦੇ ਦਰਸ਼ਨ ਹੋ ਸਕਣ। ਕਿਉਂ ਸੋਨਾ ਕਿਹਾ ਸਾਹਿਬ ਨੇ? ਸਾਨੂੰ ਸਾਰਿਆਂ ਨੂੰ ਸੋਨਾ ਪਿਆਰਾ। ਦੁਨੀਆ ਤਾਂ ਅੱਜ ਵੀ ਜਦੋਂ ਕੋਈ ਕਹਿੰਦਾ ਕਿ ਜੀ ਕਰੰਸੀ ਗਿਰ ਰਹੀ ਹੈ, ਸੋਨਾ ਖਰੀਦ ਲਵੋ, ਤਾਂ ਅਲਟੀਮੇਟਲੀ ਵੈਲਥ ਸੋਨਾ ਗਿਣੀ ਜਾਂਦੀ ਹੈ। ਡਾਲਰ ਵੀ ਨਾ ਰਹੇਗਾ ਤਾਂ ਸੋਨਾ ਰਹੇਗਾ। ਸਿੱਖ ਦੀ ਜੀਵਨ ਦੀ ਪੂੰਜੀ ਕੀ ਹੈ, ਸਿੱਖ ਦੇ ਜੀਵਨ ਦੀ ਵੈਲਥ ਕੀ ਹੈ, ਇਹ ਸਾਹਿਬ ਨੇ ਸਾਨੂੰ ਦੱਸਿਆ ਹੈ। ਜਿਵੇਂ ਆਪਣੇ ਰਸਤੇ ਵੱਲ ਟੋਰਦੇ ਹਨ, ਕੋਈ ਬਜ਼ੁਰਗ, ਕੋਈ ਸਿਆਣਾ ਆਪਣੇ ਪਿਆਰੇ ਨੂੰ ਟੋਰਦਾ ਹੈ ਤਾਂ ਸਮਝਾ ਕੇ ਟੋਰਦਾ ਬਹੁਤ ਕੁਝ, ਨਾਲ ਰਸਤੇ ਲਈ ਰੋਟੀ ਦੇਵੇਗਾ, ਧਿਆਨ ਦੇਵੇਗਾ। ਔਰ ਇੱਕ ਤਾਂ ਇਹ ਵੀ ਤਰੀਕਾ ਹੈ ਕਿ ਉਹ ਧਿਆਨ ਨਾਲ ਵੀ ਸਾਨੂੰ ਸੰਭਾਲੇਗਾ। ਊਡੇ ਊਡਾਵੇ ਸਹਿ ਕੋਸਾ, ਤਿਸ ਪਾਛੇ ਬਚਰੇ ਛਰਿਆ, ਤਿਨ ਕਵਨ ਖਿਲਾਵੇ ਕਵਨ ਚੁਗਾਵੇ, ਮਨ ਮੇਂ ਸਿਮਰਨ ਕਰਿਆ। ਬ੍ਰਹਮ ਗਿਆਨੀ ਅਗਰ ਕੋਈ ਸੇਵਾ ਸੰਭਾਲ ਲਏ ਤਾਂ ਉਹ ਆਪਣੇ ਧਿਆਨ ਨਾਲ ਸਾਡੇ ਧਿਆਨ ਨੂੰ ਕੱਢ ਸਕਦਾ ਹੈ, ਪ੍ਰੋਵਾਈਡਡ ਕਿ ਅਸੀਂ ਆਪਣਾ ਮਨ ਅਰਪਣ ਕੀਤਾ ਹੈ। ਤਾਂ ਉਹ ਵੀ ਚੰਦਨ ਹੋਏ ਲੈ ਬਸੇ ਜੋ ਚੰਦਨ ਪਾਸ। ਇਸ ਕਰਕੇ ਸਾਡੀ ਬਾਣੀ ਵਿੱਚ ਵੀ ਸੰਤ ਦੇ ਕੋਲ ਜਾ ਕੇ ਸੇਵਾ ਕਰਨ ਦੀ ਗੱਲ ਦੀ ਵਿਚਾਰ ਚੱਲੀ ਹੈ। ਪਾਣੀ ਪੱਖਾ ਪੀਸੋ ਸੰਤ ਆ ਗਏ। ਕਿਹੜੇ ਸੰਤ ਦੀ ਗੱਲ ਹੈ? ਚਲੋ ਮੈਂ ਉਸ 'ਤੇ ਵਿਚਾਰ 'ਚ ਨਹੀਂ ਜਾਂਦਾ। ਮੈਂ ਆਪ ਨਾਲ ਇੱਕ ਵਿਚਾਰ ਸਾਂਝੀ ਕਰਦਾ ਹਾਂ ਕਿ ਜਿਹੜਾ ਬ੍ਰਹਮ ਗਿਆਨੀ ਹੈ, ਉਹਦੀ ਸੇਵਾ ਕਰਨ ਵਿੱਚ ਮਨ ਖੜ ਜਾਂਦਾ ਹੈ,
ਬ੍ਰਹਮ ਗਿਆਨੀ ਅਗਰ ਸੇਵਾ ਲੈਂਦਾ ਹੈ ਤਾਂ ਉਹ ਬਹੁਤ ਉੱਤਮ ਸੇਵਾ ਦੇ ਰਿਹਾ ਹੈ। ਉਹ ਆਪਣੇ ਧਿਆਨ ਨਾਲ ਸਾਡੇ ਧਿਆਨ ਨੂੰ ਕੱਢ ਰਿਹਾ ਹੈ, ਔਰ ਇਹ ਕਈ ਸਾਲ ਦਾ ਕਮਿਟਮੈਂਟ ਹੈ, ਸ਼ਾਰਟ ਕਮਿਟਮੈਂਟ ਨਹੀਂ ਹੁੰਦੀ। ਔਰ ਅਸਲ ਵਿੱਚ ਅਗਰ ਇੱਕ ਹੋ ਜਾਏ ਫਿਰ ਦੋ ਨਹੀਂ ਹੁੰਦੇ। ਜਨਮ ਤਾਂ ਮਿਲ ਗਿਆ ਹੈ, ਇੱਕ ਬਰੀਆ ਮਿਲੀ ਹੈ, ਇੱਕ ਮੌਕਾ ਮਿਲਿਆ ਹੈ। ਗਵਾ ਦੇਣਾ ਕਿ ਕਮਾ ਲੈਣਾ, ਇਹ ਸਾਡੀ ਡਿਸੀਜਨ ਹੈ। ਇਹ ਫੈਸਲਾ ਸਾਨੂੰ ਆਪ ਕਰਨਾ ਹੈ ਕਿ ਇਸ ਜਨਮ ਵਿੱਚ ਮੈਂ ਕਮਾ ਲਵਾਂਗਾ ਕਿ ਗਵਾ ਦਿਆਂਗਾ, ਕੀ ਕਮਾਵਾਂਗਾ। ਟਕਸਾਲ ਸਾਹਿਬ ਸਾਨੂੰ ਦੱਸਦੇ ਹਨ, ਇਹੋ ਜਿਹੀ ਵੈਲਥ ਕਮਾਣੀ ਹੈ ਜਿਹੜੀ ਮੌਤ ਨਹੀਂ ਲੈ ਸਕਦੀ ਮੇਰੇ ਤੋਂ। ਇਹੋ ਜਿਹੀ ਪੂੰਜੀ ਕਮਾਣੀ ਹੈ ਸਿੱਖ ਨੇ ਜਿਹੜੀ ਸਦਾ ਲਈ ਹੈ। ਤਾਂ ਉਹਨੂੰ ਧੀਰਜ ਰੱਖਣਾ ਪਏਗਾ। ਇਹੋ ਜਿਹੀ ਵਸਤੂ ਕਮਾ ਰਹੇ ਹਾਂ ਜਿਹਦੇ 'ਚ ਅਪਾਰ ਮੁੱਲ ਹੈ, ਜਿਹਦਾ ਕੋਈ ਮੁੱਲ ਨਹੀਂ ਪਾ ਸਕਦਾ। ਤਾਂ ਮਨ ਦੀ ਤਿਆਰੀ ਵਾਸਤੇ ਧੀਰਜ ਰੱਖਣਾ ਪਏਗਾ। ਮਨ ਤਿਆਰ ਨਹੀਂ ਹੈ। ਮਨ ਬੜੇ ਜਨਮਾਂ ਤੋਂ ਕਿਰਤ ਜਨਮ ਕੇ ਵਿਛੜੇ ਕਰ ਕਿਰਪਾ ਮੇਲੇ ਰਾਮ। ਇਹ ਜਨਮਾਂ ਜਨਮਾਂ ਦੀ ਕਮਾਈਆਂ ਹਨ ਜਿਨ੍ਹਾਂ ਕਰਕੇ ਅਸੀਂ ਆਪਣੇ ਸੱਤ ਤੋਂ ਦੂਰ ਚਲੇ ਗਏ ਹਾਂ। ਇਹਨੂੰ ਜਦੋਂ ਵਾਪਸ ਢਾਲਣਾ ਹੈ ਤਾਂ ਪਾਂਡਾ ਬਹੁਤ ਵੱਡਾ ਚਾਹੀਦਾ ਹੈ, ਧੀਰਜ ਚਾਹੀਦਾ ਹੈ। ਧੀਰਜ ਇੱਥੇ ਇੱਕ ਹੋਰ ਐਲੀਮੈਂਟ ਦਾ ਪ੍ਰਗਟਾਵਾ ਕਰਦਾ ਹੈ। ਧਿਆਨ ਚਾਹੀਦਾ ਹੈ। ਅਗਰ ਧਿਆਨ ਹੋਏਗਾ ਤਾਂ ਸਮੇਂ ਤੋਂ ਪਰੇ ਹੋ ਜਾਏਗਾ। ਫਿਰ ਉਸ ਨੂੰ ਕੋਈ ਸਮੇਂ ਦਾ ਅਸਰ ਨਹੀਂ ਹੈ। ਅਗਰ ਧਿਆਨ ਅਸਲ ਵਿੱਚ ਕਮਾ ਲਈਏ ਤਾਂ, ਕਿਉਂਕਿ ਇਹ ਧੀਰਜ ਵਿੱਚ ਮਤਲਬ ਮਨ ਖੜਾ ਹੋ ਗਿਆ। ਮਨ ਖੜਾ ਹੋ ਗਿਆ ਮਤਲਬ ਮਨ ਸਥਿਰ ਹੋ ਗਿਆ, ਯਾਨੀ ਕਿ ਮਨ ਨੇ ਧਿਆਨ ਕਮਾ ਲਿਆ। ਵੇਵਰਿੰਗ ਨਹੀਂ ਰਿਹਾ, ਹੁਣ ਆਪਣੀ ਥਾਟਸ ਨਾਲ ਨਹੀਂ ਬਹਿ ਰਿਹਾ। ਇਹ ਧੀਰਜ ਵਿੱਚ ਆ ਗਿਆ, ਆਪਣੇ ਘਰ ਵਿੱਚ ਆ ਗਿਆ। ਇਹੀ ਸੁਨਿਆਰ ਹੈ ਜਿਸ ਨੂੰ ਮਹਾਰਾਜ ਕਹਿ ਰਹੇ ਧੀਰਜ ਸੁਨਿਆਰ। ਜਿਸ ਨੇ ਧੀਰਜ ਜਾਣ ਲਿਆ ਜੀਵਨ ਵਿੱਚ, ਫਿਰ ਕੀ ਕਰਨਾ ਹੈ ਅੱਗੇ। ਅਹਰਣ ਮਤ, ਇਹ ਦੋਨੋਂ ਗੱਲਾਂ ਧਿਆਨ ਦੀਆਂ ਨੇ। ਅਹਰਣ ਮਤ ਦਾ ਅਗਰ ਮੈਂ ਸਿੰਪਲ ਵਰਡਸ ਵਿੱਚ ਕਹਾਂ ਤਾਂ ਸਟੇਬਲ ਮਾਈਂਡ। ਸ਼ਬਦ ਦੀ ਚੋਟ ਵੱਜਣੀ ਹੈ ਮਹਾਰਾਜ। ਸ਼ਬਦ ਦੀ ਚੋਟ ਨਾਲ ਇਹ ਮਨ ਘੜਿਆ ਜਾਏਗਾ। ਅਗਰ ਮਨ ਹਿਲਦਾ ਰਹੇਗਾ, ਮਨ ਆਪਣੀ ਜਗ੍ਹਾ ਵਿੱਚ ਸਥਿਰ ਨਹੀਂ ਰਹੇਗਾ, ਕਦੇ ਅਰਪਣ ਹੋਇਆ ਕਦੇ ਨਹੀਂ ਹੋਇਆ, ਕਦੇ ਸਿੱਖ ਬਣ ਗਿਆ ਕਦੇ ਹਟ ਗਿਆ, ਔਕੜ ਆਈ ਤੇ ਭੱਜ ਗਿਆ, ਫਿਰ ਕਿਵੇਂ ਸ਼ਬਦ ਦੀ ਕਮਾਈ ਹੋਏਗੀ। ਚੋਟ ਤਾਂ ਸ਼ਬਦ ਦੀ ਵੱਜਣੀ ਹੈ ਦਸਮ ਦੁਆਰ ਤੱਕ। ਚੋਟ ਸ਼ਬਦ ਨੇ ਮਾਰਨੀ ਹੈ। ਵੇਦ ਹਥਿਆਰ ਸ਼ਬਦ ਦੀ ਗੱਲ ਚੱਲ ਰਹੀ ਹੈ। ਜਦੋਂ ਮੈਂ ਸ਼ਬਦ ਨੂੰ ਇੰਟਰਨਲਾਈਜ਼ ਕਰ ਲਵਾਂਗਾ, ਪਹਿਲਾਂ ਮਨ ਦਾ ਧਿਆਨ ਕਮਾ ਲਵਾਂਗਾ, ਫਿਰ ਸੁਰਤ ਔਰ ਸ਼ਬਦ ਦੇ ਨਾਲ ਇੱਕ ਰਸਤਾ ਖੁੱਲ੍ਹਦਾ ਹੈ। ਚੱਲ ਰੇ ਬੈਕੁੰਠ ਤੁਝੇ ਲੈ ਤਾਰੋ, ਜੇ ਹਿਚ ਹੈ ਤਾਂ ਪ੍ਰੇਮ ਕੇ ਚਾਬੁਕ ਮਾਰੋ, ਦੇ ਮੁਹਾਰ ਲਗਾਮ ਪਹਿਰਾਵੋ, ਸਗਲ ਤਜੀਨ ਗਗਨ ਦੌਰਾਵੋ। ਸਗਲ ਤਜੀਨ ਦਾ ਕੀ ਭਾਵ ਹੈ? ਮੈਂ ਆਪਣਾ ਧਿਆਨ ਜਿੱਥੇ ਵੀ ਦੁਨੀਆ ਵਿੱਚ ਰੱਖਿਆ ਹੈ ਸਾਰਾ ਸਮੇਟ ਲੈਂਦਾ ਹਾਂ, ਸਭ ਕੁਝ ਤਜਿਆ ਗਿਆ। ਮੈਂ ਸਵੇਰੇ ਕਾਰੋਬਾਰ ਕਰਦਾ, ਉਹਦੇ ਵਿੱਚ ਧਿਆਨ ਲਗਾਉਂਦਾ ਵਾਂ, ਸ਼ਾਮੀ ਆਪਣੇ ਧਿਆਨ ਨੂੰ ਤੋੜ ਲੈਂਦਾ ਉੱਥੋਂ। ਆਪਣੇ ਮਨ ਦੇ ਵਿੱਚ ਪੂਰੀ ਧਿਆਨ ਦੀ ਊਰਜਾ ਲੈ ਆਉਂਦਾ ਵਾਪਸ, ਕਿਉਂਕਿ ਇਹ ਜਿਹੜੀ ਕਮਾਈ ਕਰਨੀ ਹੈ ਇਹ ਸ਼ਬਦ ਔਰ ਸੁਰਤ ਦੀ ਗੱਲ ਹੈ। ਅਗਰ ਸੁਰਤ ਗੈਰ ਹਾਜ਼ਰ ਹੈ ਜਾਂ ਸੁਰਤ ਕਿਧਰੇ ਹੋਰ ਜਾ ਰਹੀ ਹੈ ਜਾਂ ਕੁਝ ਹੋਰ ਵਿਚਾਰ ਰਹੀ ਹੈ ਤਾਂ ਫਿਰ ਸ਼ਬਦ ਦੀ ਚੋਟ ਨਹੀਂ ਵੱਜੇਗੀ। ਇਹੀ ਗੱਲ ਗੁਰੂ ਨਾਨਕ ਸਾਹਿਬ ਨੇ ਉਸ ਮੁਸਲਮਾਨ ਨੂੰ ਦੱਸੀ ਸੀ
ਜਦੋਂ ਹਜ਼ੂਰ ਨੂੰ ਕਹਿੰਦਾ ਹੈ ਆਓ ਮੇਰੇ ਨਾਲ ਪੜ੍ਹੋ ਨਮਾਜ਼, ਮਹਾਰਾਜ ਕਹਿੰਦੇ ਤੂੰ ਤਾਂ ਨਮਾਜ਼ ਪੜ੍ਹਦਾ ਹੀ ਨਹੀਂ ਭਾਈ, ਤੇਰਾ ਤਾਂ ਮਨ ਗਿਆ ਕਿਧਰੇ ਹੋਰ। ਉਹ ਕਾਹਦੀ ਨਮਾਜ਼ ਹੋਈ? ਇਸ ਤਰ੍ਹਾਂ ਸਾਨੂੰ ਆਪਣੇ ਮਨ ਨੂੰ ਹਾਜ਼ਰ ਕਰਨਾ ਇੱਕ ਬਹੁਤ ਜ਼ਰੂਰੀ ਐਲੀਮੈਂਟ ਹੈ ਇਸ ਸਿੱਖੀ ਦੀ ਕਮਾਈ ਦੀ। ਤੇਜਪਾਲ ਬਾਰ ਕਹਿੰਦਾ ਕਿ ਜੀ ਮੇਰਾ ਮਨ ਵੇਵਰਿੰਗ ਹੈ। ਮੈਨੂੰ ਨਹੀਂ ਲੱਗਦਾ ਤੇਰਾ ਮਨ ਵੇਵਰਿੰਗ ਹੈ, ਤੂੰ ਆਪਣੇ ਆਪ ਨੂੰ ਐਵੇਂ ਹੀ ਬੋਲ ਕੇ ਉਦੋਂ ਹਟਾਈ ਜਾਂਦਾ ਗੱਲ ਨੂੰ ਦੂਰ। ਵੇਵਰਿੰਗ ਮਾਈਂਡ ਜਿਹੜਾ ਹੁੰਦਾ ਉਹ ਕੁਛ ਹੋਰ ਹੁੰਦਾ। ਇਹ ਥਾਟ ਨੂੰ ਮਨ ਚੋਂ ਹਟਾ ਦਿਓ, ਇਹ ਵਿਘਨ ਬਣ ਕੇ ਖੜੀ ਸਾਹਮਣੇ। ਐਰਣ ਮਤ ਵੇਦ ਹਥਿਆਰ, ਜਿਹੜਾ ਧੀਰਜ ਨਾਲ ਕਰੇ ਕੰਮ ਸੁਨਿਆਰ ਹੋ ਗਿਆ। ਸਮਝ ਨਹੀਂ ਰਿਹਾ ਨਾ ਦਰਅਸਲ। ਐਰਣ ਮਤ ਵੇਦ ਹਥਿਆਰ, ਵੇਦ ਸ਼ਬਦ ਦੀ ਦਰਸ਼ਨ ਨੇ ਮਹਾਰਾਜ। ਸ਼ਬਦ ਨੇ ਘੜਨਾ ਹੈ ਮੇਰੇ ਮਨ ਨੂੰ, ਸ਼ਬਦ ਨੇ ਸ਼ੁੱਧ ਕਰਨਾ ਹੈ ਮੇਰੇ ਮਨ ਨੂੰ, ਸ਼ਬਦ ਨੇ ਉਡਾਰੀ ਮਾਰਨੀ ਹੈ ਮੇਰੇ ਮਨ ਨਾਲ। ਤਾਂ ਪਹਿਲਾਂ ਮੈਂ ਬੋਲ ਕੇ ਸ਼ਬਦ ਬੋਲਦਾ ਹਾਂ, ਬੈਠਦਾ ਵਾਂ ਸ਼ਬਦ ਦੇ ਅਭਿਆਸ ਨੂੰ ਬੋਲ ਕੇ ਬੋਲਦਾ। ਗਾਵੀਏ ਸੁਣੀਏ ਮਨ ਰੱਖੀਏ ਭਾਓ, ਪ੍ਰੇਮ ਨਾਲ ਮੈਂ ਗਾਉਂਦਾ ਵਾਂ ਸ਼ਬਦ ਨੂੰ ਤਾਂ ਕਿ ਉਹ ਮੇਰੇ ਅੰਤਰ ਵਿੱਚ ਵਸ ਜਾਏ। ਤੇ ਜਦੋਂ ਸ਼ਬਦ ਨਿਰੰਕਾਰ ਰੂਪੀ ਸ਼ਬਦ ਇਸ ਸ਼ਬਦ ਨਾਲ ਮਨ ਵਿੱਚ ਜੁੜ ਜਾਏਗਾ, ਫਿਰ ਇਹ ਰੋਮ ਬੋਮ ਵਿੱਚ ਸਮਾ ਗਿਆ, ਫਿਰ ਇਹ ਚੋਟ ਮਾਰੇਗਾ, ਹੁਣ ਸ਼ੁੱਧ ਕਰੇਗਾ ਮਨ ਨੂੰ। ਜਦੋਂ ਮਨ ਕੁਛ ਵੀ ਨਹੀਂ ਕਰ ਰਿਹਾ, ਇਹ ਆਪਣਾ ਕੰਮ ਕਰਦਾ ਰਹੇਗਾ। ਸਾਰੀ ਗੱਲ ਤੇ ਮਨ ਔਰ ਸ਼ਬਦ ਦੀ ਹੈ। ਸੁਰਤ ਜਿਹੜੀ ਇਕਾਗਰ ਮਨ ਹੈ, ਇਹ ਜਿਹੜੀ ਪੌੜੀ ਹੈ, ਇਹਦੀ ਕਮਾਈ ਬ੍ਰਹਮ ਗਿਆਨ ਦੀ ਕਮਾਈ ਹੈ। ਆਪਣੀ ਸ਼ਕਤੀ ਇਸ ਪੌੜੀ ਤੇ ਲਗਾ ਦੇਣਾ, ਧਰਮ ਦਾ ਤੱਤ ਜਾਣ ਲੈਣਾ ਹੈ। ਤਾਂ ਇਸ ਕਰਕੇ ਪੂਰੀ ਤਰ੍ਹਾਂ ਮਨ ਵਿੱਚ ਵਸਾ ਲਈਏ ਗੱਲ ਨੂੰ। ਤਾਂ ਕਹਿੰਦਾ ਪਾਓ ਖਲਾ ਅਗਨ ਤਪਤਾਓ। ਡਰ ਨੂੰ ਅਸੀਂ ਨੈਗੇਟਿਵ ਇਮੋਸ਼ਨ ਗਿਣਦੇ ਹਾਂ, ਪਰ ਬਾਦ ਦਫਾ ਜ਼ਰੂਰੀ ਨਹੀਂ ਹੈ ਨੈਗੇਟਿਵ ਹੈ। ਮੈਂ ਇਹਨੂੰ ਕਨਵਰਟ ਵੀ ਕਰ ਸਕਦਾ। ਬਹੁਤ ਐਗਜ਼ਾਮਪਲਸ ਨੇ ਸਾਡੇ ਕੋਲ ਜੀਵਨ ਵਿੱਚ, ਜਦੋਂ ਡਰ ਦੇ ਕਾਰਨ ਕਿਸੇ ਨੇ ਬ੍ਰਹਮ ਗਿਆਨ ਪ੍ਰਾਪਤ ਕਰ ਲਿਆ, ਜਾਂ ਡਰ ਨੂੰ ਸਮਝ ਕੇ ਕੁਝ ਆਪਣੇ ਜੀਵਨ ਦੀ ਉਲਝਣ ਖਤਮ ਕਰ ਲਈ। ਬਹੁਤ ਗਿਆ ਐਗਜ਼ਾਮਪਲ। ਬਾਬਾ ਬੁੱਢਾ ਦੀ ਗੱਲ ਤਾਂ ਸਾਨੂੰ ਪਤਾ ਹੀ ਹੈ, ਉਹ ਮਹਾਰਾਜ ਕੋਲ ਆਏ ਡਰ ਦੇ ਕਾਰਨ ਸਨ। ਤਾਂ ਇਸ ਤਰ੍ਹਾਂ ਭਉ ਜਿਹੜਾ ਹੈ, ਇਹ ਇਮੋਸ਼ਨ ਯੂਜ਼ ਕਰਨੀ ਹੈ ਅਸੀਂ, ਇਸ ਤੋਂ ਕੰਜ਼ਿਊਮ ਨਹੀਂ ਹੋ ਜਾਣਾ। ਕਈ ਵਾਰ ਅਸੀਂ ਜਦੋਂ ਡਰ ਨੂੰ ਅਸੀਂ ਕੰਜ਼ਿਊਮ ਸਾਨੂੰ ਕਰ ਲੈਂਦੇ, ਮਤਲਬ ਅਸੀਂ ਉਸ ਨੂੰ ਇਮੈਜੀਨੇਸ਼ਨ ਵਿੱਚ ਲੈ ਜਾਂਦੇ ਹਾਂ ਅਤੇ ਇਮੈਜਨ ਕਰਨ ਲੱਗ ਪੈਂਦੇ ਹਾਂ। ਫਿਰ ਉਹ ਮੇਰੇ ਮਨ ਨੂੰ ਪਕੜ ਲਿਆ ਉਸਨੇ। ਹੁਣ ਮਨ ਸਲੇਵ ਹੋ ਗਿਆ ਡਰ ਦਾ। ਪਰ ਸਾਹਿਬ ਕਹਿੰਦੇ ਨੇ, ਅਗਰ ਮੇਰੀ ਮੌਤ ਮੇਰੀ ਨਿਗਾਹ 'ਚ ਹੈ ਔਰ ਮੈਨੂੰ ਪਤਾ ਹੈ ਕਾਲ ਥੋੜ੍ਹਾ ਹੈ, ਸਮਾਂ ਥੋੜ੍ਹਾ ਹੈ, ਤਾਂ ਫਿਰ ਇਹ ਭਾਵ ਦੀ ਸ਼ਕਤੀ ਨੂੰ ਯੂਜ਼ ਕਰਾਂ। ਖਲਾ ਕੀ ਹੈ ਕਿ ਜਦੋਂ ਅੱਗ ਲਗਾਉਂਦੇ ਹਾਂ ਅਸੀਂ, ਤਾਂ ਉਹਦੇ 'ਚ ਪਾਈਪ ਨਾਲ ਬਲੋ ਕਰਦੇ ਹਾਂ, ਉਹਨੂੰ ਖਲਾ ਕਹਿੰਦੇ। ਹੁਣ ਤਾਂ ਪਿੰਡਾਂ 'ਚੋਂ ਇੱਕ ਐਲੂਮੀਨੀਅਮ ਜਾਂ ਲੋਹੇ ਦੀ ਪਾਈਪ ਲੈ ਲੈਂਦੇ, ਉਸੇ ਨਾਲ ਹੀ ਕਰਦੇ, ਕਿਉਂਕਿ ਵਾਰ ਹਵਾ ਦੇਣੀ ਪੈਂਦੀ ਹੈ। ਭਾਉ ਖਲਾ ਅਗਨ ਤਪਤਾਓ। ਸੁਨਿਆਰ ਦੀ ਗੱਲ ਚੱਲਦੀ ਹੈ ਨਾ। ਤਾਂ ਐਰਣ ਮਤ ਤੋਂ ਅਸੀਂ ਸਮਝ ਲਿਆ ਸਟੇਬਲ ਮਾਈਂਡ। ਐਰਣ ਕੀ ਹੁੰਦਾ? ਐਨਵਿਲ ਹੁੰਦੀ ਜਿਸ 'ਤੇ ਲੋਹਾਰ ਜਾਂ ਸੁਨਿਆਰ ਚੋਟ ਮਾਰਦਾ ਹੈ। ਆਪਨੇ ਕਦੇ ਦੇਖਾ ਹੋਏ, ਮੋਚੀਆਂ ਕੋਲ ਵੀ ਉਸੇ ਤਰ੍ਹਾਂ ਦਾ ਕੁਛ ਹੁੰਦਾ, ਲੋਹੇ ਦਾ ਥੱਲੇ ਰੱਖਦੇ ਹੈ, ਉਹਦੇ ਉੱਤੇ ਉਹ ਚੋਟ ਮਾਰਨਗੇ ਲੋਹੇ ਨੂੰ ਕੱਟਣ ਵਾਸਤੇ, ਕਿਉਂਕਿ ਚੇਂਜ ਲਿਆਉਣਾ ਹੈ। ਚੇਂਜ ਸਟੇਬਲ ਮਾਈਂਡ 'ਤੇ ਹੀ ਹੋ ਸਕਦਾ ਹੈ, ਅਨਸਟੇਬਲ 'ਤੇ ਨਹੀਂ ਹੋ ਸਕਦਾ। ਜੇ ਮੇਰੇ ਪੈਰਾਂ 'ਚ ਲੋਹਾ ਦਾ ਟੁਕੜਾ ਰੱਖਿਆ, ਉਹ ਹਿਲਦਾ ਰਹੇ,
ਮੈਂ ਹਥੌੜਾ ਮਾਰਾਂ ਤੇ ਉਹ ਕਿਧਰੇ ਹੋਰ ਜਾ ਕੇ ਵੱਜੇ, ਫਿਰ ਉਹ ਕੰਮ ਨਹੀਂ ਕਰੇਗਾ। ਕੰਮ ਕੀ ਕਰੇਗਾ? ਮੈਂ ਉਸ ਨੂੰ ਇੱਕ ਜਗ੍ਹਾ ਟਿਕਾ ਕੇ ਰੱਖਾਂਗਾ। ਤਾਂ ਸ਼ਬਦ ਨਾਲ ਟਿਕਾਣ ਦਾ ਵਿਧੀ ਹੈ। ਸ਼ਬਦ ਫਿਰ ਉਸ ਨੂੰ ਚੋਟ ਮਾਰ ਕੇ ਉਹਨੂੰ ਨਿਰਮਲ ਵੀ ਕਰੇਗਾ ਔਰ ਅੱਗੇ ਦੀ ਉਡਾਰੀ ਲਈ ਤਿਆਰ ਵੀ ਕਰੇਗਾ। ਗ੍ਰੋਸ ਮਾਈਂਡ ਹੈ ਨਾ ਹਾਲੇ, ਇਹਦੀ ਗੱਲ ਸਾਹਿਬ ਸਾਨੂੰ ਸਮਝਾ ਚੁੱਕੇ ਹਨ। ਕਿਸ ਚੀਜ਼ ਨੂੰ ਘੜਨਾ ਹੈ? ਤਿੱਥੇ ਘੜੀਏ ਸੁਰਤ ਮਤ ਮਨ ਬੁੱਧ, ਤਿੱਥੇ ਘੜੀਏ ਸੁਰਾਂ ਸਿੱਧਾਂ ਕੀ ਸੁਧ। ਘੜਨਾ ਸੁਰਤ ਨੂੰ ਹੈ। ਸ਼ਬਦ ਦੇ ਰਸਤੇ ਅੱਜ ਸਾਨੂੰ ਸ਼ਬਦ ਦਾ ਵੀ ਗਿਆਨ ਦੇ ਰਹੇ ਹਨ। ਦੇਖੋ ਗੱਲ ਕੀ ਹੈ ਕਿ ਜੀਵਨ ਵਿੱਚੋਂ ਕੀ ਅਸੀਂ ਤੱਤ ਲੈ ਕੇ ਜੀਵਨ ਨੂੰ ਗਾਈਡ ਕਰਦੇ ਹਾਂ, ਜੀਵਨ ਨੂੰ ਫੋਰਮ ਦਿੰਦੇ ਹਾਂ, ਇਹ ਸਾਡੇ ਹੱਥ ਵਿੱਚ ਹੈ। ਪਰ ਜਿਹੜਾ ਗਿਆਨ ਗੁਰੂ ਸਾਨੂੰ ਦੇ ਰਿਹਾ ਹੈ, ਇਹ ਬ੍ਰਹਮ ਗਿਆਨ ਦਾ ਗਿਆਨ ਹੈ। ਇਹਦਾ ਮਤਲਬ ਕਿ ਮੈਨੂੰ ਮੌਤ ਦਾ ਡਰ ਨਹੀਂ ਰਹੇ। ਫਿਰ ਜੇ ਮੈਂ ਕਮਾ ਲਿਆ ਤਾਂ ਜੀਵਨ ਇੱਕ ਸੀਮਲੈਸ ਹੋ ਗਈ ਚੀਜ਼, ਬਸ ਸਰੀਰ ਨਹੀਂ ਰਹੇਗਾ ਪਰ ਜੀਵਨ ਸਦਾ ਲਈ ਹੈ। ਫਿਰ ਨਿਰਮਲ ਭਉ ਪਾਇਆ, ਹਰ ਗੁਣ ਗਾਇਆ, ਹਰ ਵੇਖੇ ਰਾਮ ਹਦੂਰੇ। ਮਨ ਨਿਰਮਲ ਹੋ ਗਿਆ ਭਾਵ ਦੇ ਵਿੱਚ, ਹਰ ਗੁਣ ਗਾਇਆ। ਉਸ ਭਾਵ ਨਾਲ ਹਰੀ ਦੇ ਗੁਣ ਨੂੰ ਗਾ ਰਿਹਾ ਹੈ। ਹੁਣ ਤਪ ਦੀ ਗੱਲ ਚੱਲਦੀ ਸੀ। ਗੁਰ ਸੇਵਾ ਤਪਾ ਸਿਰ ਤਪਸਾਰ। ਗੁਰੂ ਦੀ ਸੇਵਾ ਕਰਨਾ, ਸ਼ਬਦ ਦੇ ਹਜ਼ੂਰੀ 'ਚ ਰਹਿਣਾ, ਮਨ ਨੂੰ ਸ਼ਬਦ ਦੇ ਨਾਲ ਲੀਨ ਕਰ ਦੇਣਾ, ਮਨ ਨੂੰ ਆਪਣਾ ਨਾ ਰਹਿ ਕੇ ਸ਼ਬਦ ਦੇ ਨਾਲ ਜੋੜ ਦੇਣਾ, ਆਪਣੀ ਵੇਨ ਥਿੰਕਿੰਗ ਛੱਡ ਦੇਣੀ, ਤਾਂ ਕਿ ਜਿਹੜੀ ਸ਼ਬਦ ਦੀ ਕਮਾਈ ਹੈ ਸੁਰਤ ਘੜੀ ਜਾ ਸਕੇ। ਅੱਗ ਨੂੰ ਵੀ ਰੱਖਣਾ ਹੈ ਨਾਲ, ਭਾਵ ਨੂੰ ਵੀ ਰੱਖਣਾ ਹੈ ਨਾਲ। ਪਾਂਡਾ ਭਾਉ ਅੰਮ੍ਰਿਤ ਚ ਟਾਲ। ਅਧਿਆਤਮ ਦੀ ਕੋਈ ਵੀ ਗੱਲ ਬਿਨਾਂ ਪ੍ਰੇਮ ਦੇ ਨਹੀਂ ਹੋ ਸਕਦੀ ਹੈ। ਸ਼ੁੱਧ ਮਨ ਦਾ ਅਰਥ ਹੀ ਇਹੀ ਹੈ ਕਿ ਮੇਰਾ ਮਨ ਪ੍ਰੇਮ ਨਾਲ ਭਰਿਆ ਹੈ। ਅਗਰ ਪ੍ਰੇਮ ਨਹੀਂ ਹੋਏਗਾ ਤਾਂ ਡਰ ਹੋਏਗਾ। ਜੀਵਨ ਵਿੱਚ ਅਗਰ ਪ੍ਰੇਮ ਆ ਗਿਆ ਸਮਝੋ ਡਰ ਚਲਾ ਗਿਆ। ਕਿਉਂਕਿ ਸਾਨੂੰ ਡਰ ਸਿਰਫ ਇੱਕੋ ਚੀਜ਼ ਦਾ ਹੈ ਜੋ ਬਾਰ-ਬਾਰ ਪ੍ਰਤੀਬਿੰਬ ਬਣ ਕੇ ਜੀਵਨ ਵਿੱਚ ਆਉਂਦਾ ਜਾਂਦਾ ਹੈ, ਉਹ ਹੈ ਮੌਤ। Every fear is the reflection of the fear of death. ਮਹਾਰਾਜ ਕਹਿੰਦੇ ਨੇ ਅਗਰ ਭਾਵਨਾ ਹੈ, ਪ੍ਰੇਮ ਹੈ ਤਾਂ ਇਹ ਖਰਾਬ ਨਹੀਂ ਹੋਏਗੀ। ਫਿਰ ਕਮਾਈ ਇੱਕ ਭਾਂਡੇ ਦੇ ਰੂਪ ਵਿੱਚ, ਭਾਵਨਾ ਦੇ ਭਾਂਡੇ ਦੇ ਰੂਪ ਵਿੱਚ ਆ ਜਾਏਗੀ। ਔਰ ਉਹਦੇ ਵਿੱਚ ਆਏਗਾ ਕੀ? ਅੰਮ੍ਰਿਤ ਤਿਤਟਾਲ। ਇਹ ਜਿਹੜਾ ਸੋਨਾ ਹੈ, ਇਹ ਅੰਮ੍ਰਿਤ ਹੈ। ਜਿਹੜਾ ਸੋਨਾ ਹੈ, ਅੰਮ੍ਰਿਤ ਤੋਂ ਕਈ ਭਾਵ ਉੱਠਦੇ ਹਨ। ਪਹਿਲਾ ਤਾਂ ਪ੍ਰੇਮ ਹੈ, ਦੂਸਰਾ ਮੌਤ ਤੋਂ ਪਰੇ ਹੈ, ਸਦਾ ਲਈ ਹੈ, ਤੀਸਰਾ ਆਨੰਦ ਰੂਪੀ ਹੈ, ਮਨ ਵਿਕਾਸ ਵਿੱਚ ਹੈ। ਭਾਈ ਕਰਨਾ ਕੀ ਹੈ? ਇਹ ਜਿਹੜੀਆਂ ਗੱਲਾਂ ਗੁਰੂ ਸਾਹਿਬ ਸਾਨੂੰ ਸਮਝਾ ਰਹੇ ਹਨ ਇਸ ਪੌੜੀ ਵਿੱਚ, ਇਹ ਸਭ ਮੇਰੇ ਮਨ ਦੇ ਅੰਦਰ ਹਨ। ਬਾਹਰ ਦੀ ਕੋਈ ਵੀ ਗੱਲ ਨਹੀਂ ਹੈ ਇਹਦੇ 'ਚ। ਕਿਸੇ ਕਾਲਜ ਵਿੱਚ ਜਾ ਕੇ ਭਰਤੀ ਨਹੀਂ ਹੋਣਾ ਹੈ। ਕੋਈ ਇੱਕ ਅਵਸਥਾ ਨਹੀਂ ਚਾਹੀਦੀ ਜਿਹੜੀ ਅਮੀਰ ਹੋਏ ਜਾਂ ਗਰੀਬ ਹੋਏ। ਹੋਰ ਕੋਈ ਕੰਡੀਸ਼ਨਸ ਨਹੀਂ ਪਾ ਰਹੇ, ਸਾਰੇ ਮਨ ਦੀਆਂ ਕੰਡੀਸ਼ਨਸ ਹਨ। ਇਹ ਤਾਂ ਅੰਮ੍ਰਿਤ ਟਲੇਗਾ। ਅੰਮ੍ਰਿਤ ਮੇਰੇ ਮੌਤ ਨੂੰ ਖਤਮ ਕਰ ਦੇਗਾ। ਇਹ ਕੌਣ ਚੋਣਵੇਂ ਲੋਕ ਨੇ ਜਿਹੜੇ ਸਾਨੂੰ ਮੌਤ ਨੂੰ ਫਤਿਹ ਕਰਨ ਦੇ ਵਿਧੀਆਂ ਦੱਸ ਸਕਦੇ ਹਨ? ਇਹ ਵਪਾਰੀ ਸੱਤਦੇ ਨੇ ਭਾਈ। ਝੂਠ ਦਾ ਵਪਾਰ ਨਹੀਂ ਕਰਦੇ। ਝੂਠ ਉਹ ਹੈ ਜੋ ਬਦਲਦਾ ਰਹਿੰਦਾ ਹੈ। ਝੂਠ ਉਹ ਹੈ ਜੋ ਸਦਾ ਲਈ ਨਹੀਂ ਹੈ। ਉਹਦਾ ਵਪਾਰ ਨਹੀਂ ਹੈ। ਹਾਂ, ਅਗਰ ਅਸੀਂ ਉਹ ਮੰਗਾਂਗੇ ਤਾਂ ਸਾਨੂੰ ਉਹ ਦੇ ਦੇਗਾ, ਪਰ ਉਹਦੇ ਨਾਲ
ਉਹਦੇ ਰੈਪਰਕਸ਼ਨਸ ਵੀ ਨਾਲ ਚੱਲਣਗੇ। ਜਿਤਨੇ ਵੀ ਡਿਜ਼ਾਇਰਸ ਦੁਨੀਆ ਦੇ ਹਨ, ਦੇ ਆਰ ਆਲ ਸ਼ੂਗਰ ਕੋਟਡ ਪਿਲਸ। ਦਿਖਦੀਆਂ ਦੂਰ ਤੋਂ ਬੜੀ ਆਨੰਦਮਈ ਡਿਸੀਜਨਸ ਦਿਖਦੇ ਹਨ, ਪਰ ਜਦੋਂ ਵਿੱਚ ਉਤਰ ਜਾਓ ਤਾਂ ਨਰਕ ਬਣਾ ਦਿੰਦੇ ਆਪਣਾ। ਜੀਵਨ ਨੂੰ ਨਰਕ ਵਿੱਚ ਢਾਲ ਲਿਆ। ਦੇਖੋ ਹੁਣ ਭਾਂਡਾ ਪਾਓ, ਪ੍ਰੇਮ ਦਾ ਭਾਂਡਾ ਹੈ, ਅੰਮ੍ਰਿਤ ਉਹਦੇ 'ਚ ਢਲਿਆ ਗਿਆ ਹੈ। ਕੌਣ ਢਲ ਕਾੜ ਰਿਹਾ? ਸਭ ਕੁਝ ਕੌਣ ਕਰਦਾ ਹੈ? ਘੜੀਏ ਸ਼ਬਦ ਸੱਚੀ ਟਕਸਾਲ। ਇਹ ਸ਼ਬਦ ਘੜੇਗਾ ਮਨ ਨੂੰ, ਸ਼ਬਦ ਘੜ ਕੇ ਮਨ ਨੂੰ ਸ਼ੁੱਧ ਕਰੇਗਾ, ਸ਼ਬਦ ਘੜ ਕੇ ਮਨ ਨੂੰ ਤਿਆਰ ਕਰੇਗਾ ਕਿ ਹੁਣ ਉਸ ਮਾਰਗ ਵੱਲ, ਉਸ ਦੁਆਰ ਵੱਲ ਅਸੀਂ ਜਾ ਸਕੀਏ। ਮੂੰਡ ਲਿਏ ਦਰਵਾਜ਼ੇ, ਬਾਜੀਏ ਲਈ ਅਨਹਦ ਬਾਜੇ। ਮੈਂ ਆਪਣੀ ਸ਼ਕਤੀਆਂ ਸਾਰੀ ਦੁਨੀਆ ਤੋਂ ਮੂੰਦ ਲਈਆਂ, ਸਭ ਦੁਨੀਆ ਵੱਲ ਜਾਣ ਵਾਲੇ ਦਰਵਾਜ਼ੇ ਬੰਦ ਕਰਤੇ। ਹੁਣ ਸ਼ਕਤੀ ਕਿੱਧਰ ਜਾਏਗੀ? ਅਨਹਦ ਬਾਜੇ, ਦਸਮ ਦੁਆਰ ਵੱਲ ਜਾਏਗੀ। ਤਾਂ ਜਿਹੜਾ ਸ਼ਬਦ ਹੈ ਇਹ ਦਸਮ ਦੁਆਰ ਤੱਕ ਚੋਟ ਦਿੰਦਾ ਹੈ। ਉਹਨੂੰ ਖੋਲ੍ਹਣ ਲਈ ਸ਼ਬਦ ਦੀ ਸ਼ਕਤੀ ਚਾਹੀਦੀ ਹੈ। ਸ਼ਬਦ ਕਿਸ 'ਤੇ ਸਵਾਰ ਹੋਏਗਾ? ਧਿਆਨ 'ਤੇ, ਸੁਰਤ 'ਤੇ। ਸੁਰਤ ਔਰ ਸ਼ਬਦ ਜਦੋਂ ਇੱਕ ਹੋ ਗਏ, ਇਹ ਫਿਰ ਦਰਵਾਜ਼ੇ ਖੋਲ੍ਹਣ ਦੀ ਸ਼ਕਤੀ ਰੱਖਦੇ ਹੈ। ਕਿਰਪਾ ਉਹਦੀ ਸ਼ਬਦ ਹੈ, ਨਿਰੰਕਾਰ ਦੀ ਹਜ਼ੂਰੀ ਸ਼ਬਦ ਦੇ ਰੂਪ ਵਿੱਚ ਹੈ। ਧਿਆਨ ਮੇਰੀ ਕਮਾਈ ਹੈ। ਮਹਾਰਾਜ ਘੜੀਏ ਸ਼ਬਦ ਸੱਚੀ ਟਕਸਾਲ। ਇਹ ਟਕਸਾਲ ਸੱਚੀ ਹੈ। ਇੱਥੇ ਜਿਹੜੇ ਨੋਟ ਕਮਾਏ ਗਏ, ਇੱਥੇ ਜਿਹੜੇ ਨੋਟ ਸੰਭਾਲੇ ਗਏ, ਇੱਥੇ ਨੋਟ ਜਿਹੜੇ ਜਾਣੇ ਗਏ, ਇੱਥੇ ਜਿਹੜੇ ਕੋਇਨਸ ਮਿੰਟ ਹੋ ਗਏ, ਉਹ ਸਦਾ ਲਈ ਹਨ। ਉਹਨਾਂ ਨੂੰ ਫਿਰ ਤਿਆਗਣਾ ਨਹੀਂ ਹੈ। ਅਸੀਂ ਉਹਨਾਂ ਨੂੰ ਕਦੇ ਵੀ ਭੁੱਲਣਾ ਨਹੀਂ ਹੈ ਕਿ ਛੱਡ ਕੇ ਜਾਣਾ ਹੋਏ। ਉਹ ਸਾਡਾ ਰੂਪ ਹੀ ਹੋ ਗਏ ਹੁਣ। ਟਕਸਾਲ ਟਕੇ ਬਣਾਉਣ ਦਾ ਕਰ, ਸਦਾ ਲਈ ਟਕੇ ਬਣਾਉਣ ਦਾ ਕਰ, ਸਦਾ ਲਈ। ਮਹਾਰਾਜ ਦੀ ਕਿਰਪਾ ਨਾਲ ਸਾਨੂੰ ਇਹ ਗਿਆਨ ਹੋ ਜੇ। ਇਹ ਅਰਦਾਸ ਅਸੀਂ ਨਿਤ ਰੱਖ ਲਈਏ ਆਪਣੇ ਕੋਲ। ਮੈਨੂੰ ਕਾਲ ਰਹਿਤ ਜੀਵਨ ਬਖਸ਼ ਦਿਓ ਮਹਾਰਾਜ। ਕਿਉਂਕਿ ਜਿਸ ਪਾਸੇ ਨੂੰ ਅਸੀਂ ਜਾਵਾਂਗੇ, ਜੋ ਅਸੀਂ ਮੰਗਾਂਗੇ, ਜੀਵਨ ਉਸੇ ਪਾਸੇ ਨੂੰ ਜਾਣਾ ਸ਼ੁਰੂ ਹੋ ਜਾਏਗਾ, ਪ੍ਰੋਵਾਈਡਡ ਸੱਚੇ ਦਿਲੋਂ ਮੰਨਾਂਗੇ। ਧੋਖੇ ਦੀ ਫਿਰ ਗੱਲ ਨਹੀਂ ਹੈ। ਅਗਰ ਦੁਆਇਤ ਵਿੱਚ ਮੰਨਾਂਗੇ ਫਿਰ ਉਹ ਐਨਰਜੀ ਨਹੀਂ ਹੈ ਉਹਦੇ ਵਿੱਚ। ਮਹਾਰਾਜ ਕਹਿੰਦੇ ਨੇ, ਜਿਨ ਕੋ ਨਜ਼ਰ ਕਰਮ ਤਿਨਕਾਰ। ਬਿਨਾਂ ਉਹਦੇ ਨਜ਼ਰ ਦੇ ਅਸੀਂ ਪੈਰ ਵੀ ਨਹੀਂ ਰੱਖ ਪਾਵਾਂਗੇ ਇਸ ਧਰਤੀ 'ਤੇ। ਇਹ ਧਰਤੀ ਆਨੰਦ ਦੀ ਧਰਤੀ ਹੈ, ਸ਼ਬਦ ਔਰ ਸੁਰਤ ਦੀ ਕਮਾਈ ਦੀ ਧਰਤੀ ਹੈ। ਇਹ ਧਰਤੀ ਉਹ ਹੈ ਜਿੱਥੇ ਜੀਵਨ ਪਲਟਿਆ ਜਾਂਦਾ ਹੈ, ਜਿੱਥੇ ਚੋਰ ਸਾਧੂ ਸੰਤ ਬਣ ਜਾਂਦੇ ਹਨ। ਆਈਡੈਂਟੀਟੀ ਤੋਂ ਪਰੇ ਜਾ ਕੇ ਇੱਕ ਇਹੋ ਜਿਹੀ ਆਈਡੈਂਟੀਟੀ ਕਮਾ ਲੈਂਦੇ ਆ ਜਿਹੜੀ ਸਦਾ ਲਈ ਹੈ। ਮਹਾਰਾਜ ਕਹਿੰਦੇ, ਨਾਨਕ ਨਦਰੀ ਨਦਰ ਨਿਹਾਲ। ਉਸ ਨਦਰੀ, ਉਸ ਨਦਰ ਦੀ ਜਿਹੜੀ ਖੇਡ ਹੈ ਉਹਦੇ ਵਿੱਚ ਨਿਹਾਲ ਹੋ ਜਾਂਦੇ ਨੇ। ਉਸ ਨਦਰ ਨਾਲ, ਨਦਰ ਕਰਨ ਵਾਲਾ ਆਪਣੀ ਨਦਰ ਨਾਲ ਨਿਹਾਲ ਕਰ ਦਿੰਦਾ। ਮੇਰਾ ਹਾਲ ਜਿਹੜਾ ਹੈ ਉਹ ਫਿਰ ਮੇਰੇ ਤੋਂ ਵੀ ਪਰੇ ਚਲੇ ਜਾਂਦਾ ਹੈ। ਉਹਦੇ 'ਚ ਮੈਂ ਨਹੀਂ ਹੈ। ਹੁਣ ਅਸੀਂ ਮੈਂ ਕਰਕੇ ਆਏ, ਜੀਵਨ ਵਿੱਚ ਉਤਰੇ, ਮੈਂ ਕਰਕੇ ਜੀਵਨ ਜੀਆ, ਮੈਂ ਨੂੰ ਬਣਾਉਣ 'ਚ ਬੜੀ ਸ਼ਕਤੀ ਲਗਾਈ। ਹੁਣ ਇਹ ਗੁਰਪ੍ਰਸਾਦ ਲੈਣ ਵਾਸਤੇ ਇਸ ਮਨ ਨੂੰ ਅਰਪਣ ਕਰਨਾ ਪਏਗਾ ਜਿਹੜਾ ਮੈਂ ਦਾ ਭਰਿਆ ਮਨ ਹੈ। ਇਹੀ ਉਹ ਸੇਵਾ ਮੰਗਦਾ ਹੈ ਕਿ ਜੋ ਕੁਝ ਕਮਾਇਆ ਹੈ ਅਰਪਣ ਕਰ ਦੇ, ਤਾਂ ਕਿ ਮਨ ਅਰਪਣ ਹੋ ਜਾਏ ਵਿੱਚ। ਜਿਨ ਕੋ ਨਦਰ ਕਰਮ ਤਿਨਕਾਰ, ਨਾਨਕ ਨਦਰੀ ਨਦਰ ਨਿਹਾਲ। 38ਵੀਂ ਪੌੜੀ ਦੇ ਦਰਸ਼ਨ ਸਾਹਿਬ ਕਰਾ ਰਹੇ ਹਨ। ਇੱਕ ਹੋਮਵਰਕ ਦੀ ਤਰ੍ਹਾਂ ਸਾਨੂੰ ਦੱਸ ਰਹੇ ਹਨ ਕਰਨਾ ਕੀ ਹੈ। ਸ਼ਬਦ ਦੀ ਕਮਾਈ ਕਰਨੀ ਹੈ, ਸ਼ਬਦ ਦੀ
ਔਰ ਸੁਰਤ ਦੀ ਜਿਹੜੀ ਹੈ ਖੇਡ ਹੈ, ਇਸ ਦੇ ਵਿੱਚ ਹੁਣ ਮਨ ਨੂੰ ਘੜਨਾ ਹੈ, ਧੀਰਜ ਨੂੰ ਨਾਲ ਲੈ ਕੇ ਚੱਲਣਾ ਹੈ, ਪ੍ਰੇਮ ਔਰ ਡਰ ਤੋਂ ਗਾਈਡ ਹੋਣਾ ਹੈ। ਅੱਜ ਦੀ ਪੌੜੀ ਦੀ ਇੰਨੀ ਵਿਚਾਰ ਪ੍ਰਵਾਨ ਕਰੋ ਜੀ। ਭੁੱਲਾਂ ਚੁੱਕਾਂ ਦੀ ਖਿਮਾ ਦੇਣਾ, ਕੋਈ ਉਹਦੇ 'ਤੇ ਸੁਧਾਰ ਕਰਨਾ ਚਾਹੇ, ਜੀ ਆਇਆਂ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।